Dear students, Sat Shri Akal Ji, most welcome in Creative Guruji. Please subscribe the channel and hit the bell icon for latest video notifications. Science, class 10th, chapter 2, Acids, Base and Salts. Introduction. You have learnt in your previous classes that the sour and the bitter tastes of food are due to acids and bases respectively present in them. ਤੁਸੀਂ ਆਪਣੀਆਂ ਪਿਛਲੀਆਂ ਕਲਾਸਾਂ ਵਿੱਚ ਸਿੱਖਿਆ ਹੈ ਕਿ ਭੋਜਨ ਦੇ ਖੱਟੇ ਅਤੇ ਕੌੜੇ ਸਵਾਦ ਦਾ ਕਾਰਨ ਤੇਜ਼ਾਬ ਅਤੇ ਖਾਰ ਹੁੰਦੇ ਹਨ। ਆਓ ਸਭ ਤੋਂ ਪਹਿਲਾਂ ਅਸੀਂ ਐਸਿਡ, ਤੇਜ਼ਾਬ ਅਤੇ ਬੇਸ ਖਾਰ ਦੀ ਪਰਿਭਾਸ਼ਾ ਵੇਖੀਏ ਅਤੇ ਇਹਨਾਂ ਬਾਰੇ ਸਮਝੀਏ। ਐਸਿਡਸ substances with sour taste are regarded as acid. ਖੱਟੇ ਸਵਾਦ ਵਾਲੇ ਪਦਾਰਥਾਂ ਨੂੰ ਐਸਿਡ ਮੰਨਿਆ ਜਾਂਦਾ ਹੈ। substances with sour taste are regarded as acids. ਖੱਟੇ ਸਵਾਦ ਵਾਲੇ ਪਦਾਰਥਾਂ ਨੂੰ ਐਸਿਡ ਮੰਨਿਆ ਜਾਂਦਾ ਹੈ, ਜਿਵੇਂ ਕਿ ਨਿੰਬੂ ਦਾ ਰਸ, ਸਿਰਕਾ, ਅੰਗੂਰ ਦੇ ਫਲਾਂ ਦਾ ਜੂਸ ਅਤੇ ਖਰਾਬ ਦੁੱਧ ਆਦਿ ਦਾ ਸਵਾਦ ਖੱਟਾ ਹੁੰਦਾ ਹੈ ਕਿਉਂਕਿ ਇਹ ਤੇਜ਼ਾਬੀ ਹੁੰਦੇ ਹਨ। ਬਹੁਤ ਸਾਰੇ ਪਦਾਰਥਾਂ ਨੂੰ ਉਹਨਾਂ ਦੇ ਸਵਾਦ ਦੇ ਆਧਾਰ ਤੇ ਤੇਜ਼ਾਬ ਵਜੋਂ ਪਛਾਣਿਆ ਜਾ ਸਕਦਾ ਹੈ, ਪਰ ਸਲਫਿਊਰਿਕ ਐਸਿਡ ਵਰਗੇ ਕੁਝ ਐਸਿਡਾਂ ਦੀ ਚਮੜੀ ਤੇ ਬਹੁਤ ਮਜ਼ਬੂਤ ਕਿਰਿਆ ਹੁੰਦੀ ਹੈ, ਜਿਸ ਦੇ ਕਾਰਨ ਇਹਨਾਂ ਨੂੰ ਸਵਾਦ ਦੇ ਆਧਾਰ ਤੇ ਪਛਾਣਿਆ ਨਹੀਂ ਜਾ ਸਕਦਾ। ਆਧੁਨਿਕ ਪਰਿਭਾਸ਼ਾ ਦੇ ਮੁਤਾਬਿਕ, according to modern definition, an acid may be defined as a substance which release one or more H positive ion in aqueous solution. ਇਸ ਦਾ ਮਤਲਬ ਇਹ ਹੈ ਕਿ ਐਸਿਡ ਉਹ ਸਬਸਟੈਂਸ ਹੁੰਦਾ ਹੈ ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ H positive ion ਹਾਈਡਰੋਜਨ ਆਇਨ aqueous solution ਵਿੱਚ ਰਿਲੀਜ਼ ਕਰਦਾ ਹੈ, ਛੱਡਦਾ ਹੈ। We also know that acid change the color of blue litmus to red. ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨੀਲੀ ਲਿਟਮਸ ਪੱਟੀ ਨੂੰ ਜਦੋਂ ਐਸਿਡ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਹ ਨੀਲੀ ਲਿਟਮਸ ਪੱਟੀ ਬਦਲ ਕੇ ਲਾਲ ਰੰਗ ਦੀ ਹੋ ਜਾਂਦੀ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੇ ਐਸਿਡ ਹੈ ਉਹ ਬਲੂ ਲਿਟਮਸ ਪੱਟੀ ਨੂੰ ਰੈੱਡ ਦੇ ਵਿੱਚ ਚੇਂਜ ਕਰ ਦਿੰਦੇ ਹਨ। ਨਾਓ ਮੂਵ ਟੂ ਦਾ ਬੇਸਿਸ। ਸਬਸਟੈਂਸਿਸ ਵਿਦ ਬਿਟਰ ਟੇਸਟ ਆਰ ਰਿਗਾਰਡਡ ਐਜ਼ ਬੇਸ। ਕੌੜੇ ਸਵਾਦ ਵਾਲੇ ਪਦਾਰਥਾਂ ਨੂੰ ਬੇਸ ਮੰਨਿਆ ਜਾਂਦਾ ਹੈ, ਖਾਰ ਮੰਨਿਆ ਜਾਂਦਾ ਹੈ। Substances with bitter taste are regarded as base. ਕੌੜੇ ਸਵਾਦ ਵਾਲੇ ਪਦਾਰਥਾਂ ਨੂੰ ਖਾਰ ਮੰਨਿਆ ਜਾਂਦਾ ਹੈ। ਸੋਡੀਅਮ ਹਾਈਡਰੋਕਸਾਈਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ ਵਰਗੇ ਬਹੁਤ ਸਾਰੇ ਖਾਰਾਂ ਦੀ ਚਮੜੀ ਤੇ ਖਰਾਬੀ ਕਰਨ ਵਾਲੀ ਪ੍ਰਕਿਰਿਆ ਹੁੰਦੀ ਹੈ। ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਆਧੁਨਿਕ ਪਰਿਭਾਸ਼ਾ ਦੇ ਮੁਤਾਬਿਕ, according to modern definition, a base may be defined as a substance capable of releasing one or more OH negative ion in aqueous solution. ਕਿ ਬੇਸ ਉਹ ਸਬਸਟੈਂਸ ਹੁੰਦਾ ਹੈ ਕਿ ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ OH ਨੈਗੇਟਿਵ ਆਇਨ ਐਕੁਅਸ ਸੋਲਿਊਸ਼ਨ ਦੇ ਵਿੱਚ ਰਿਲੀਜ਼ ਕਰਨ ਦੇ ਛੱਡਣ ਦੇ ਕੈਪੇਬਲ ਹੁੰਦਾ ਹੈ। We also know that bases change the color of red litmus to blue. ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਇੱਕ ਲਾਲ ਲਿਟਮਸ ਪੱਟੀ ਨੂੰ ਬੇਸ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਕਲਰ ਚੇਂਜ ਹੋ ਕੇ ਨੀਲਾ ਹੋ ਜਾਂਦਾ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੇ ਬੇਸ ਹੈ ਉਹ ਰੈੱਡ ਲਿਟਮਸ ਦਾ ਕਲਰ ਚੇਂਜ ਕਰਕੇ ਬਲੂ ਕਰ ਦਿੰਦੇ ਹਨ। ਤੇਜ਼ਾਬ ਅਤੇ ਖਾਰ ਦੇ ਰਸਾਇਣਿਕ ਗੁਣਾਂ ਤੇ ਜਾਣ ਤੋਂ ਪਹਿਲਾਂ ਅਸੀਂ ਇੰਡੀਕੇਟਰ ਸੰਕੇਤਕ ਬਾਰੇ ਵੀ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਇੰਡੀਕੇਟਰਸ ਇੰਡੀਕੇਟਸ ਦਾ ਨੇਚਰ ਆਫ ਪਾਰਟਿਕੂਲਰ ਸੋਲਿਊਸ਼ਨ, ਵੈਦਰ ਐਸਿਡਿਕ, ਬੇਸਿਕ ਔਰ ਨਿਊਟਰਲ। ਜਿਹੜੇ ਇੰਡੀਕੇਟਰਸ ਹੁੰਦੇ ਹਨ, ਸੰਕੇਤਕ ਹੁੰਦੇ ਹਨ, ਉਹ ਕੀ ਕਰਦੇ ਹਨ? ਇੰਡੀਕੇਟਰ ਦਿੰਦੇ ਹਨ, ਸੰਕੇਤ ਦਿੰਦੇ ਹਨ ਕਿਸੇ ਵੀ ਸੋਲਿਊਸ਼ਨ ਦਾ, ਚਾਹੇ ਉਹ ਐਸਿਡਿਕ ਹੋਵੇ, ਬੇਸਿਕ ਹੋਵੇ ਜਾਂ ਨਿਊਟਰਲ ਹੋਵੇ। Indicator also represents the change in nature of solution from acidic to basic and vice versa. ਜਿਹੜੇ ਇੰਡੀਕੇਟਰ ਜਾਂ ਸੰਕੇਤਕ ਹਨ ਉਹ ਸੋਲਿਊਸ਼ਨ ਦਾ ਐਸਿਡ ਤੋਂ ਬੇਸ ਵਿੱਚ ਚੇਂਜ ਹੋਣਾ ਅਤੇ ਬੇਸ ਤੋਂ ਐਸਿਡ ਦੇ ਵਿੱਚ ਚੇਂਜ ਹੋਣ ਨੂੰ ਵੀ ਦਰਸਾਉਂਦੇ ਹਨ। ਇੰਡੀਕੇਟਰ ਆਰ ਬੇਸਿਕਲੀ ਕਲਰਡ ਆਰਗੈਨਿਕ ਸਬਸਟੈਂਸ ਐਕਸਟ੍ਰੈਕਟਡ ਫਰੋਮ ਡਿਫਰੈਂਟ ਪਲਾਂਟ। ਜਿਹੜੇ ਇੰਡੀਕੇਟਰ ਹੁੰਦੇ ਆ ਵੱਖ-ਵੱਖ ਪੌਦਿਆਂ ਤੋਂ ਲਏ ਗਏ ਰੰਗਦਾਰ ਜੈਵਿਕ ਪਦਾਰਥ ਹੁੰਦੇ ਹਨ। Common indicators are: first one, litmus. Litmus is a purple dye which is extracted from lichen, a plant belonging to variety. Litmus ਇੱਕ ਜਾਮਨੀ ਰੰਗ ਦੀ ਡਾਈ ਹੈ ਜੋ ਕਿ ਲਾਈਕਨ ਪੌਦੇ ਤੋਂ ਐਕਸਟ੍ਰੈਕਟ ਕੀਤੀ ਜਾਂਦੀ ਹੈ। It can also be applied on paper in the form of strips and available as blue and red strips. ਇਸ ਨੂੰ ਪੇਪਰ ਦੇ ਉੱਤੇ ਵੀ ਅਪਲਾਈ ਕਰ ਸਕਦੇ ਹਾਂ ਅਤੇ ਇਹ ਨੀਲੀਆਂ ਅਤੇ ਲਾਲ ਪੱਟੀਆਂ ਦੇ ਰੂਪ ਦੇ ਵਿੱਚ ਉਪਲਬਧ ਹਨ। A blue litmus strip when dipped in an acid solution acquires red color. Similarly, a red strip when dipped in a base solution becomes blue. ਜਦੋਂ ਨੀਲੇ ਰੰਗ ਦੀ ਲਿਟਮਸ ਪੱਟੀ ਨੂੰ ਐਸਿਡ ਸੋਲਿਊਸ਼ਨ ਦੇ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਕਲਰ ਚੇਂਜ ਹੋ ਕੇ ਰੈੱਡ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇੱਕ ਰੈੱਡ ਲਿਟਮਸ ਪੱਟੀ ਨੂੰ ਬੇਸ ਸੋਲਿਊਸ਼ਨ ਦੇ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਰੰਗ ਚੇਂਜ ਹੋ ਕੇ ਬਲੂ ਹੋ ਜਾਂਦਾ ਹੈ, ਨੀਲਾ ਹੋ ਜਾਂਦਾ ਹੈ। ਨੈਕਸਟ ਵਨ, phenolphthalein. It is also an organic dye and acidic in nature.
ਇਹ ਵੀ ਇੱਕ ਜੈਵਿਕ ਡਾਈ ਹੈ ਅਤੇ ਇਸ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। In neutral or acidic solution, it remains colorless, while in the basic solution, the color of indicator changes to pink. ਨਿਊਟਰਲ ਜਾਂ ਐਸਿਡਿਕ ਸੋਲਿਊਸ਼ਨ ਦੇ ਵਿੱਚ ਇਸ ਦਾ ਕਲਰ ਚੇਂਜ ਨਹੀਂ ਹੁੰਦਾ ਹੈ, ਇਹ ਕਲਰਲੈਸ ਰਹਿੰਦੀ ਹੈ, ਜਦੋਂ ਕਿ ਬੇਸਿਕ ਸੋਲਿਊਸ਼ਨ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਗੁਲਾਬੀ ਹੋ ਜਾਂਦਾ ਹੈ, ਪਿੰਕ ਹੋ ਜਾਂਦਾ ਹੈ। ਠੀਕ ਹੈ। Next indicator, methyl orange. Methyl orange is an organic color dye and basic in nature. ਮਿਥਾਈਲ orange ਇੱਕ orange ਸੰਤਰੀ ਕਲਰ ਦੀ ਡਾਈ ਹੈ। ਇਸ ਦਾ ਸੁਭਾਅ ਬੇਸਿਕ ਹੁੰਦਾ ਹੈ, ਖਾਰਾ ਹੁੰਦਾ ਹੈ। In the acidic medium, the color of indicator becomes red, and in the basic or neutral medium, its color remains unchanged. Acidic medium ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਲਾਲ ਹੋ ਜਾਂਦਾ ਹੈ, ਜਦੋਂ ਕਿ ਬੇਸਿਕ ਤੇ ਨਿਊਟਰਲ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਨਹੀਂ ਹੁੰਦਾ। Next one, red cabbage juice. It is purple in color in neutral medium and turns red or pink in the acidic medium. ਨਿਊਟਰਲ ਮੀਡੀਅਮ ਦੇ ਵਿੱਚ ਇਸ ਦਾ ਕਲਰ ਪਰਪਲ ਰਹਿੰਦਾ ਹੈ, ਜਾਮਨੀ ਰਹਿੰਦਾ ਹੈ, ਜਦੋਂ ਕਿ ਐਸਿਡਿਕ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਰੈੱਡ ਜਾਂ ਪਿੰਕ ਹੋ ਜਾਂਦਾ ਹੈ। ਇਨ ਦਾ ਬੇਸਿਕ ਔਰ ਐਲਕਲਾਈਨ ਮੀਡੀਅਮ ਇਟਸ ਕਲਰ ਚੇਂਜ ਟੂ ਗ੍ਰੀਨ। ਬੇਸਿਕ ਤੇ ਐਲਕਲਾਈਨ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਗ੍ਰੀਨ, ਹਰਾ ਹੋ ਜਾਂਦਾ ਹੈ। Last indicator is turmeric juice. It is yellow in color and remains as such in neutral and acidic medium. In the basic medium, its color becomes reddish or deep brown. ਇਸ ਦਾ ਰੰਗ ਪੀਲਾ ਹੁੰਦਾ ਹੈ ਅਤੇ ਨਿਊਟਰਲ ਅਤੇ ਐਸਿਡਿਕ ਮੀਡੀਅਮ ਦੇ ਵਿੱਚ ਇਸ ਦਾ ਰੰਗ ਇਸੇ ਤਰ੍ਹਾਂ ਰਹਿੰਦਾ ਹੈ, ਜਦੋਂ ਕਿ ਬੇਸਿਕ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਰੈਡਿਸ਼ ਜਾਂ ਡੀਪ ਬਰਾਊਨ ਹੋ ਜਾਂਦਾ ਹੈ। ਚੈਪਟਰ ਨੂੰ ਇੰਟਰੋਡਿਊਸ ਕਰਨ ਤੋਂ ਬਾਅਦ ਅਤੇ ਐਸਿਡ, ਬੇਸ ਅਤੇ ਇੰਡੀਕੇਟਰਸ ਬਾਰੇ ਜਾਣਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡਸ ਐਂਡ ਬੇਸਿਸ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਆਫ ਐਸਿਡਸ। First one, action with metals. Dilute acids like dilute HCl and dilute H2SO4 react with certain active metals to evolve hydrogen gas. Dilute acid ਜਿਹੜੇ ਆ, ਜਿਸ ਤਰ੍ਹਾਂ HCl ਹੋ ਗਿਆ, H2SO4 ਹੋ ਗਿਆ, ਜਦੋਂ ਇਹ ਕੁਝ ਐਕਟਿਵ ਮੈਟਲਸ ਦੇ ਨਾਲ ਰਿਐਕਟ ਕਰਦੇ ਆ ਤਾਂ ਹਾਈਡਰੋਜਨ ਗੈਸ ਨਿਕਲਦੀ ਹੈ। ਫੋਰ ਐਗਜ਼ਾਮਪਲ 2Na plus 2HCl gives 2NaCl plus H2. Second example, Mg plus H2SO4 gives MgSO4 plus H2. ਦੋਨੋਂ ਰਿਐਕਸ਼ਨਸ ਦੇ ਵਿੱਚ ਰਿਐਕਸ਼ਨ ਹੋਣ ਤੋਂ ਬਾਅਦ ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ, ਹਾਈਡਰੋਜਨ ਗੈਸ ਨਿਕਲ ਰਹੀ ਹੈ। ਇੱਥੇ ਇੱਕ ਪ੍ਰਸ਼ਨ ਉਤਪੰਨ ਹੁੰਦਾ ਹੈ ਕਿ ਐਕਟਿਵ ਮੈਟਲਸ ਕੀ ਹੁੰਦੀਆਂ ਹਨ। ਐਕਟਿਵ ਮੈਟਲਸ which can displace hydrogen from dilute acids are known as active metals. ਜਿਹੜੀਆਂ ਮੈਟਲਸ ਹਾਈਡਰੋਜਨ ਨੂੰ ਡਿਲਿਊਟ ਐਸਿਡ ਦੇ ਵਿੱਚੋਂ ਡਿਸਪਲੇਸ ਕਰ ਦਿੰਦੀਆਂ ਹਨ, ਵਿਸਥਾਪਿਤ ਕਰ ਦਿੰਦੀਆਂ ਹਨ, ਉਹਨਾਂ ਨੂੰ ਐਕਟਿਵ ਮੈਟਲਸ ਕਹਿੰਦੇ ਹਨ। ਫੋਰ ਐਗਜ਼ਾਮਪਲ Na, K, Zn, Mg ਐਕਸੈਟਰਾ। ਜਿਸ ਤਰ੍ਹਾਂ ਤੁਹਾਨੂੰ ਇਸ ਚਿੱਤਰ ਦੇ ਵਿੱਚ ਵੀ ਕੁਝ ਐਕਟਿਵ ਮੈਟਲਸ ਦਿਖਾਈ ਦੇ ਰਹੀਆਂ ਹਨ। ਹੁਣ ਚੱਲਦੇ ਆ ਅਗਲੇ ਰਿਐਕਸ਼ਨਸ ਦੇ ਉੱਤੇ। ਐਕਸ਼ਨ ਵਿਦ ਮੈਟਲ ਆਕਸਾਈਡ। Acids react with metal oxide to form salt and water. These reactions are mostly carried out upon heating. ਜਿਹੜੇ ਐਸਿਡ ਆ ਉਹ ਮੈਟਲ ਆਕਸਾਈਡ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਇਹ ਰਿਐਕਸ਼ਨ ਜ਼ਿਆਦਾਤਰ ਤਾਪ ਦੇ ਉੱਤੇ ਕੀਤੇ ਜਾਂਦੇ ਹਨ। ਓਕੇ, ਫੋਰ ਐਗਜ਼ਾਮਪਲ ZnO plus 2HCl gives ZnCl2 plus H2O. Second example, MgO plus H2SO4 gives MgSO4 plus H2O. ਦੋਨੋਂ ਹੀ ਰਿਐਕਸ਼ਨਸ ਦੇ ਵਿੱਚ ਰਿਐਕਸ਼ਨ ਹੋਣ ਤੋਂ ਬਾਅਦ ਸਾਡੇ ਕੋਲ ਸੋਲਟ ਅਤੇ ਵਾਟਰ ਬਣ ਰਿਹਾ ਹੈ। Next reaction, third, action with bases. Acid react with bases to give salt and water. ਜਿਹੜੇ ਐਸਿਡ ਹੈ ਉਹ ਬੇਸ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ HCl plus NaOH gives NaCl plus H2O. HCl ਹਾਈਡਰੋਕਲੋਰਿਕ ਐਸਿਡ, NaOH ਸੋਡੀਅਮ ਹਾਈਡਰੋਕਸਾਈਡ ਬਣਾ ਕੇ ਰਹੇ ਆ NaCl, sodium chloride, H2O, water. Next reaction, action with metal carbonates. Metal carbonates react with acids to evolve CO2 gas and form salt. Metal carbonates acid ਨਾਲ ਜਦੋਂ ਰਿਐਕਟ ਕਰਦੇ ਹਨ ਤਾਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਅਤੇ ਸਾਲਟ ਵੀ ਨਾਲ ਬਣਦੇ ਹਨ। ਫੋਰ ਐਗਜ਼ਾਮਪਲ CaCO3 plus 2HCl gives CaCl2 plus H2O plus CO2. Next reaction, action with metal bicarbonates. Metal bicarbonates react with acid to evolve CO2 gas and form salt. ਜਿਸ ਤਰ੍ਹਾਂ ਸਾਡੇ ਕੋਲ ਮੈਟਲ ਕਾਰਬੋਨੇਟਸ ਐਸਿਡ ਨਾਲ ਰਿਐਕਟ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਅਤੇ ਸੋਲਟ ਬਣਾਉਂਦੇ ਹਨ, ਉਸੇ ਤਰ੍ਹਾਂ ਸਾਡੇ ਕੋਲ ਮੈਟਲ ਬਾਈਕਾਰਬੋਨੇਟਸ ਵੀ ਐਸਿਡ ਨਾਲ ਰਿਐਕਟ ਕਰਨ ਤੋਂ ਬਾਅਦ ਕਾਰਬਨ ਡਾਈਆਕਸਾਈਡ ਗੈਸ ਛੱਡਦੇ ਹਨ
ਅਤੇ ਸੋਲਟ ਬਣਾਉਂਦੇ ਹਨ। ਫੋਰ ਐਗਜ਼ਾਮਪਲ 2NaHCO3 plus H2SO4 gives Na2SO4 plus H2O plus CO2। ਹੁਣ ਚੱਲਦੇ ਹਾਂ chemical properties of bases ਤੇ। First one, action with metals. Metals like zinc, tin and aluminium react with strong alkalis like NaOH, KOH to evolve hydrogen gas. ਜ਼ਿੰਕ, ਟਿਨ, ਐਲੂਮੀਨੀਅਮ ਵਰਗੀਆਂ ਮੈਟਲਸ ਜਿਹੜੀਆਂ ਹੈ ਸਟਰੋਂਗ ਐਲਕਲੀਸ NaOH, KOH ਦੇ ਨਾਲ ਰਿਐਕਟ ਕਰਕੇ ਹਾਈਡਰੋਜਨ ਗੈਸ ਉਤਪੰਨ ਕਰਦੀਆਂ ਹਨ। ਫੋਰ ਐਗਜ਼ਾਮਪਲ Zn plus 2NaOH gives Na2ZnO2 plus H2O। ਇਸ ਦੇ ਵਿੱਚ ਕੀ ਹੋ ਰਿਹਾ ਹੈ? ਹਾਈਡਰੋਜਨ ਗੈਸ ਇਵੋਲਵ ਹੋ ਰਹੀ ਹੈ, ਉਤਪੰਨ ਹੋ ਰਹੀ ਹੈ। ਸੈਕੰਡ ਰਿਐਕਸ਼ਨ, ਐਕਸ਼ਨ ਵਿਦ ਨॉन ਮੈਟੈਲਿਕ ਆਕਸਾਈਡ। Bases react with oxide of non-metals to form salt and water। ਬੇਸ ਨॉन ਮੈਟੈਲਿਕ ਆਕਸਾਈਡ ਦੇ ਨਾਲ ਰਿਐਕਟ ਕਰਕੇ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ 2NaOH plus CO2 gives Na2CO3 plus H2O। ਹੁਣ ਚੱਲਦੇ ਆ ਸਭ ਤੋਂ ਮਹੱਤਵਪੂਰਨ ਰਿਐਕਸ਼ਨਸ ਦੇ ਉੱਤੇ। ਨਿਊਟਰਲਾਈਜੇਸ਼ਨ। ਇਟ may be defined as a reaction between acid and bases present in aqueous solution to form salt and water। ਇਸ ਨੂੰ ਅਸੀਂ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ ਐਕੁਅਸ ਸੋਲਿਊਸ਼ਨ ਦੇ ਵਿੱਚ ਪਏ ਹੋਏ ਐਸਿਡ ਅਤੇ ਬੇਸ ਦੇ ਵਿਚਲਾ ਰਿਐਕਸ਼ਨ ਹੈ ਜਿਹੜਾ ਕਿ ਰਿਐਕਸ਼ਨ ਕਰਨ ਤੋਂ ਬਾਅਦ ਸੋਲਟ ਅਤੇ ਵਾਟਰ ਬਣਾਉਂਦੇ ਹਨ। ਫੋਰ ਐਗਜ਼ਾਮਪਲ HCl plus NaOH gives NaCl plus H2O। Basically, neutralization is the combination between H positive ion of an acid with OH negative ion of the base to form H2O। ਨਿਊਟਰਲਾਈਜੇਸ਼ਨ ਕੀ ਹੈ? ਕੰਬੀਨੇਸ਼ਨ ਹੈ। ਕਾਹਦਾ ਕੰਬੀਨੇਸ਼ਨ ਹੈ? H ਪੋਜ਼ਿਟਿਵ ਆਇਨ ਦਾ ਜਿਹੜਾ ਕਿ ਐਸਿਡ ਦੇ ਵਿੱਚ ਪ੍ਰੈਜ਼ੈਂਟ ਹੈ ਤੇ OH ਨੈਗੇਟਿਵ ਆਇਨ ਦਾ ਜਿਹੜਾ ਕਿ ਬੇਸ ਦੇ ਵਿੱਚ ਪ੍ਰੈਜ਼ੈਂਟ ਹੈ। H ਪੋਜ਼ਿਟਿਵ ਆਇਨ ਤੇ OH ਨੈਗੇਟਿਵ ਆਇਨ ਮਿਲ ਕੇ ਕੀ ਬਣਾ ਦਿੰਦੇ ਹਨ? H2O ਵਾਟਰ ਬਣਾ ਦਿੰਦੇ ਹਨ। ਨਿਊਟਰਲਾਈਜੇਸ਼ਨ ਰਿਐਕਸ਼ਨ ਇਨਵੋਲਵਿੰਗ ਐਨ ਐਸਿਡ ਐਂਡ ਬੇਸ ਇਜ਼ ਆਫ ਐਗਜ਼ੋਥਰਮਿਕ ਨੇਚਰ। ਨਿਊਟਰਲਾਈਜੇਸ਼ਨ ਰਿਐਕਸ਼ਨ ਜਿਹਦੇ ਵਿੱਚ ਐਸਿਡ ਅਤੇ ਬੇਸ ਇਨਵੋਲਵ ਹੋ ਰਹੇ ਹੁੰਦੇ ਹਨ, ਇਹ ਐਗਜ਼ੋਥਰਮਿਕ ਨੇਚਰ ਦਾ ਹੁੰਦਾ ਹੈ, ਮਤਲਬ ਇਸ ਦੇ ਵਿੱਚ ਤਾਪ ਉਤਪੰਨ ਹੁੰਦਾ ਹੈ। Heat is evolved in all neutralization reaction। ਸਾਰੇ ਹੀ ਨਿਊਟਰਲਾਈਜੇਸ਼ਨ ਰਿਐਕਸ਼ਨਾਂ ਦੇ ਵਿੱਚ ਹੀਟ ਨਿਕਲਦੀ ਹੁੰਦੀ ਹੈ, ਤਾਪ ਊਰਜਾ ਨਿਕਲਦੀ ਹੈ। If both acids and bases are strong, the value of heat energy evolved remains same irrespective of their nature। ਜੇ ਐਸਿਡ ਅਤੇ ਬੇਸ ਸਟਰੋਂਗ ਵੀ ਹੈ ਪਰ ਹੀਟ એનર્ਜੀ ਨਿਕਲਣ ਦੀ ਵੈਲਿਊ ਹਮੇਸ਼ਾ ਸੇਮ ਹੀ ਰਹਿੰਦੀ ਹੈ, ਇਸ ਦੇ ਨੇਚਰ ਤੇ ਵਿਪਰੀਤ। ਐਪਲੀਕੇਸ਼ਨਸ ਆਫ ਨਿਊਟਰਲਾਈਜੇਸ਼ਨ। ਫਰਸਟ ਵਨ, ਐਸਿਡਿਟੀ। ਜ਼ਿਆਦਾ ਉਮਰ ਦੇ ਲੋਕ ਖਾਸ ਕਰਕੇ ਐਸਿਡਿਟੀ ਦੀ ਸਮੱਸਿਆ ਤੋਂ ਪੀੜਤ ਹਨ। ਇਹ ਪੇਟ ਵਿੱਚ ਮੁੱਖ ਤੌਰ ਤੇ ਬਹੁਤ ਜ਼ਿਆਦਾ ਹਾਈਡਰੋਕਲੋਰਿਕ ਜੂਸਾਂ ਦੇ ਨਿਕਲਣ ਕਾਰਨ ਹੁੰਦਾ ਹੈ। ਐਸਿਡਿਟੀ ਦੀ ਸਮੱਸਿਆ ਨੂੰ ਐਂਟਾਸਿਡ ਗੋਲੀਆਂ ਦੇ ਨਾਲ ਸਹੀ ਕੀਤਾ ਜਾਂਦਾ ਹੈ, ਜਿਸ ਵਿੱਚ ਸੋਡੀਅਮ ਹਾਈਡਰੋਜਨ ਕਾਰਬੋਨੇਟ, ਬੇਕਿੰਗ ਸੋਡਾ, ਮੈਗਨੀਸ਼ੀਅਮ ਹਾਈਡਰੋਕਸਾਈਡ ਆਦਿ ਹੁੰਦੇ ਹਨ। ਸੈਕੰਡ ਵਨ, ਦਾ ਸਟਿੰਗਸ ਆਫ ਬੀਸ ਐਂਡ ਆਂਟਸ। ਮਧੂਮੱਖੀਆਂ ਅਤੇ ਕੀੜੀਆਂ ਦੇ ਸਟਿੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ। ਇਸ ਦੇ ਖਰਾਬ ਅਤੇ ਜ਼ਹਿਰੀਲੇ ਪ੍ਰਭਾਵ ਨੂੰ ਸਾਬਣ ਨਾਲ ਧੋ ਕੇ ਬੇਅਸਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਖਾਰ ਹੁੰਦਾ ਹੈ। ਦਾ ਨੈਕਸਟ ਵਨ, ਦਾ ਸਟਿੰਗਸ ਆਫ ਬਾਸਪ। ਬਾਸਪ ਦੇ ਡੰਗ ਵਿੱਚ ਵੀ ਇੱਕ ਖਾਰ ਹੁੰਦਾ ਹੈ। ਇਸ ਦੇ ਜ਼ਹਿਰੀਲੇ ਪ੍ਰਭਾਵ ਨੂੰ ਐਸਟਿਕ ਐਸਿਡ, ਜੋ ਕਿ ਸਿਰਕੇ ਵਰਗੇ ਪਦਾਰਥਾਂ ਵਿੱਚ ਮੌਜੂਦ ਹੁੰਦਾ ਹੈ, ਦੁਆਰਾ ਨਿਊਟਰਲਾਈਜ਼ ਕੀਤਾ ਜਾਂਦਾ ਹੈ। ਲਾਸਟ ਵਨ, ਐਸਿਡ ਰੇਨ। ਕਿਸਾਨ ਮਿੱਟੀ ਵਿੱਚ ਸਲੇਕਟ ਚੂਨਾ, ਕੈਲਸ਼ੀਅਮ ਹਾਈਡਰੋਕਸਾਈਡ ਮਿਲਾ ਕੇ ਐਸਿਡ ਰੇਨ ਤੇਜ਼ਾਬੀ ਵਰਖਾ ਦੇ ਕਾਰਨ ਮਿੱਟੀ ਵਿੱਚ ਵਧੀ ਹੋਈ ਐਸਿਡਿਟੀ ਦੇ ਪ੍ਰਭਾਵ ਨੂੰ ਬੇਅਸਰ ਕਰਦੇ ਹਨ। ਹੁਣ ਗੱਲ ਕਰਦੇ ਹਾਂ ਸਟਰੋਂਗ ਅਤੇ ਵੀਕ ਐਸਿਡਸ ਦੀ। ਸਟਰੋਂਗ ਐਂਡ ਵੀਕ ਐਸਿਡਸ। ਫਰਸਟ ਵਨ, ਸਟਰੋਂਗ ਐਸਿਡਸ। Acids which are completely ionized in water are known as strong acid। ਜਿਹੜੇ ਐਸਿਡ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਟੁੱਟ ਜਾਂਦੇ ਹਨ, ਉਹਨਾਂ ਨੂੰ ਸਟਰੋਂਗ ਐਸਿਡ ਕਹਿੰਦੇ ਹਨ। For example, HCl plus water gives H positive plus Cl negative ion। HCl, H2SO4 etc. all are strong acids। Next one, weak acids। Acids which are weakly ionized in water are known as weak acid। ਜਿਹੜੇ ਐਸਿਡ ਪੂਰੀ ਤਰ੍ਹਾਂ ਦੇ ਨਾਲ ਵਾਟਰ ਦੇ ਵਿੱਚ, ਪਾਣੀ ਦੇ ਵਿੱਚ ਨਹੀਂ ਟੁੱਟਦੇ, ਉਹਨਾਂ ਨੂੰ ਆਪਾਂ ਵੀਕ ਐਸਿਡ ਕਹਿੰਦੇ ਹਨ। ਫੋਰ ਐਗਜ਼ਾਮਪਲ CH3COOH plus water gives CH3COO negative ion plus H positive ion। CH3COOH, HCOOH etc. all are weak acids। ਅੱਗੇ ਗੱਲ ਕਰਦੇ ਹਾਂ ਸਟਰੋਂਗ ਅਤੇ ਵੀਕ ਬੇਸਿਸ ਦੀ। ਸਟਰੋਂਗ ਐਂਡ ਵੀਕ ਬੇਸਿਸ। ਫਸਟ ਵਨ, ਸਟਰੋਂਗ ਬੇਸਿਸ। Bases which are almost completely ionized in water are known as strong bases। ਜਿਹੜੇ ਬੇਸ ਲਗਭਗ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਵਿੱਚ ਟੁੱਟ ਜਾਂਦੇ ਹਨ, ਉਹਨਾਂ ਨੂੰ ਸਟਰੋਂਗ ਬੇਸ ਕਹਿੰਦੇ ਹਨ। ਫੋਰ ਐਗਜ਼ਾਮਪਲ NaOH plus water gives Na positive ion plus OH negative ion।
Next one, weak bases. Bases which are feebly ionized on dissolving in water and reduce a low concentration of hydroxyl ions are called weak bases. ਜਿਹੜੇ ਬੇਸ ਪਾਣੀ ਦੇ ਵਿੱਚ ਡਿਸੋਲਵ ਕਰਨ ਤੇ ਬਹੁਤ ਘੱਟ ਟੁੱਟਦੇ ਹਨ ਉਹਨਾਂ ਨੂੰ ਆਪਾਂ ਵੀਕ ਬੇਸ ਕਹਿੰਦੇ ਹਨ। Now move to the conducting nature of acid and base solution. Acids are the substance which contains one or more hydrogen atom in their molecules which they can release in water as H positive ion. ਉਹ ਪਦਾਰਥ ਜਿਨ੍ਹਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਜਨ ਐਟਮ ਉਹਨਾਂ ਦੇ ਮੋਲੀਕੂਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹਨ ਉਹਨਾਂ ਨੂੰ ਐਸਿਡ ਕਹਿੰਦੇ ਹਨ। ਇਹ H ਪੋਜ਼ਿਟਿਵ ਆਇਨ ਵਾਟਰ ਦੇ ਵਿੱਚ ਰਿਲੀਜ਼ ਕਰਦੇ ਹਨ। Similarly, bases are the substance which contains one or more hydroxyl group in their molecules which they can release in water as OH negative ion. ਇਸੇ ਤਰ੍ਹਾਂ ਉਹ ਪਦਾਰਥ ਜਿਨ੍ਹਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਹਾਈਡਰੋਕਸਲ ਗਰੁੱਪ ਉਹਨਾਂ ਦੇ ਮੋਲੀਕੂਲਸ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਹਨ ਉਹਨਾਂ ਨੂੰ ਅਸੀਂ ਬੇਸ ਕਹਿੰਦੇ ਹਨ ਅਤੇ ਇਹ ਵਾਟਰ ਦੇ ਵਿੱਚ OH ਨੈਗੇਟਿਵ ਆਇਨ ਰਿਲੀਜ਼ ਕਰਦੇ ਹਨ। Since the ions are the carriers of charge, therefore the aqueous solution of both acids and bases are conductors of electricity. ਜਿਹੜੇ ਆਇਨ ਹੁੰਦੇ ਆ ਉਹ ਕੈਰੀਅਰ ਹੁੰਦੇ ਆ ਚਾਰਜ ਦਾ। ਇਸ ਲਈ ਜਿਹੜਾ ਐਕੁਅਸ ਸੋਲਿਊਸ਼ਨ ਹੁੰਦਾ ਹੈ ਐਸਿਡ ਅਤੇ ਬੇਸ ਦੋਨਾਂ ਦਾ ਉਹ ਕੀ ਹੁੰਦਾ ਹੈ ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦਾ ਹੈ। Let's compare the properties of acids and bases. Acids, bases. First one, substance with sour taste are regarded as acid. ਜਿਨ੍ਹਾਂ ਪਦਾਰਥਾਂ ਦਾ ਸਵਾਦ ਖੱਟਾ ਹੁੰਦਾ ਹੈ ਉਹਨਾਂ ਨੂੰ ਅਸੀਂ ਐਸਿਡ ਕਹਿੰਦੇ ਹਾਂ। Substances with bitter taste are regarded as base. ਜਿਨ੍ਹਾਂ ਪਦਾਰਥਾਂ ਦਾ ਸਵਾਦ ਕੌੜਾ ਹੁੰਦਾ ਹੈ ਉਹਨਾਂ ਨੂੰ ਅਸੀਂ ਬੇਸ ਕਹਿੰਦੇ ਹਾਂ। Acid change the color of blue litmus to red. ਜਿਹੜੇ ਐਸਿਡ ਹੈ ਤੇਜ਼ਾਬ ਹੈ ਇਹ ਬਲੂ ਲਿਟਮਸ ਦਾ ਕਲਰ ਚੇਂਜ ਕਰਕੇ ਰੈੱਡ ਕਰ ਦਿੰਦੇ ਹਨ, ਲਾਲ ਕਰ ਦਿੰਦੇ ਹਨ। ਬੇਸਿਸ ਚੇਂਜ ਦਾ ਕਲਰ ਆਫ ਰੈੱਡ ਲਿਟਮਸ ਟੂ ਬਲੂ। ਜਿਹੜੇ ਬੇਸ ਆ ਉਹ ਰੈੱਡ ਲਿਟਮਸ ਦਾ ਕਲਰ ਚੇਂਜ ਕਰਕੇ ਬਲੂ ਕਰ ਦਿੰਦੇ ਹਨ। ਥਰਡ ਵਨ, ਐਸਿਡ ਸ਼ੋ ਇਲੈਕਟ੍ਰੀਕਲ ਕੰਡਕਟਿਵਿਟੀ ਇਨ ਐਕੁਅਸ ਸੋਲਿਊਸ਼ਨ। ਐਸਿਡ ਇਲੈਕਟ੍ਰੀਕਲ ਕੰਡਕਟਿਵਿਟੀ ਸ਼ੋ ਕਰਦੇ ਆ ਐਕੁਅਸ ਸੋਲਿਊਸ਼ਨ ਦੇ ਵਿੱਚ। ਬੇਸਿਸ ਆਰ ਆਲਸੋ ਸ਼ੋ ਇਲੈਕਟ੍ਰੀਕਲ ਕੰਡਕਟਿਵਿਟੀ ਇਨ ਐਕੁਅਸ ਸੋਲਿਊਸ਼ਨ। ਬੇਸਿਸ ਵੀ ਇਲੈਕਟ੍ਰੀਕਲ ਕੰਡਕਟਿਵਿਟੀ ਨੂੰ ਐਕੁਅਸ ਸੋਲਿਊਸ਼ਨ ਦੇ ਵਿੱਚ ਸ਼ੋ ਕਰਦੇ ਹਨ, ਦਿਖਾਉਂਦੇ ਹਨ। Fourth, acidic properties disappear when react with base. ਐਸਿਡ ਦੀਆਂ ਐਸਿਡਿਕ ਪ੍ਰੋਪਰਟੀ ਡਿਸਅਪੀਅਰ ਹੋ ਜਾਂਦੀ ਹੈ ਜਦੋਂ ਉਹ ਬੇਸ ਦੇ ਨਾਲ ਰਿਐਕਟ ਕਰਦਾ ਹੈ। ਬੇਸਿਸ ਪ੍ਰੋਪਰਟੀ ਡਿਸਅਪੀਅਰ ਵੈਨ ਰਿਐਕਟ ਵਿਦ ਐਸਿਡ। ਬੇਸ ਦੀਆਂ ਪ੍ਰੋਪਰਟੀ ਵੀ ਡਿਸਅਪੀਅਰ ਹੋ ਜਾਂਦੀ ਹੈ ਜਦੋਂ ਉਹ ਕਿਸੇ ਐਸਿਡ ਦੇ ਨਾਲ ਰਿਐਕਟ ਕਰਦਾ ਹੈ। Now move to the role of water in ionization of acids and bases. Substances can act as acids and bases only in the presence of water in aqueous solution. ਪਦਾਰਥ ਐਸਿਡ ਅਤੇ ਬੇਸ ਦੀ ਤਰ੍ਹਾਂ ਉਦੋਂ ਹੀ ਬਿਹੇਵ ਕਰਦੇ ਹਨ ਜਦੋਂ ਉਹ ਪਾਣੀ ਦੇ ਐਕੁਅਸ ਸੋਲਿਊਸ਼ਨ ਦੇ ਵਿੱਚ ਪਏ ਹੁੰਦੇ ਹਨ। ਖੁਸ਼ਕ ਅਵਸਥਾ ਵਿੱਚ, ਜਿਸ ਨੂੰ ਅਸੀਂ ਐਨਹਾਈਡਰਸ ਅਵਸਥਾ ਵੀ ਕਹਿੰਦੇ ਹਨ, ਇਸ ਕਰੈਕਟਰ ਨੂੰ ਦਰਸਾਇਆ ਨਹੀਂ ਜਾ ਸਕਦਾ। ਅਸਲ ਵਿੱਚ ਪਾਣੀ ਐਸਿਡ ਜਾਂ ਬੇਸ ਦੇ ਆਇਨਾਂ ਨੂੰ ਵੱਖ ਕਰਨ ਵਿੱਚ ਮਦਦ ਕਰਦਾ ਹੈ। ਐਸਿਡ ਅਤੇ ਬੇਸ ਖੁਸ਼ਕ ਅਵਸਥਾ ਵਿੱਚ ਜਿਸ ਤਰ੍ਹਾਂ ਹਾਈਡਰੋਕਲੋਰਿਕ ਐਸਿਡ ਹਾਈਡਰੋਜਨ ਕਲੋਰਾਈਡ ਗੈਸ ਮਤਲਬ HCl ਗੈਸ ਦੇ ਤੌਰ ਤੇ ਹੀ ਜਾਣੇ ਜਾਂਦੇ ਹਨ। ਇਹ H ਪੋਜ਼ਿਟਿਵ ਆਇਨ ਦੇਣ ਦੀ ਸਥਿਤੀ ਵਿੱਚ ਨਹੀਂ ਹੁੰਦੇ, ਇਸ ਲਈ ਇਹ ਐਸਿਡਿਕ ਕਰੈਕਟਰ ਨਹੀਂ ਦਰਸਾਉਂਦੇ। ਆਓ ਹੁਣ ਗਲਾਸ ਦੇ ਪਾਈਪ ਦੀ ਮਦਦ ਨਾਲ ਇੱਕ ਬੀਕਰ ਵਿੱਚ ਲਏ ਪਾਣੀ ਦੁਆਰਾ ਗੈਸ ਨੂੰ ਪਾਸ ਕਰੀਏ। H2O ਅਣੂ ਪੋਲਰ ਨੇਚਰ ਦੇ ਹਨ, ਜਿਸ ਦਾ ਅਰਥ ਹੈ ਕਿ ਉਹਨਾਂ ਕੋਲ ਆਕਸੀਜਨ ਪਰਮਾਣੂ ਦੇ ਅੰਸ਼ਿਕ ਤੌਰ ਤੇ ਨੈਗੇਟਿਵ ਚਾਰਜ ਹਨ ਅਤੇ ਹਾਈਡਰੋਜਨ ਪਰਮਾਣੂ ਦੇ ਅੰਸ਼ਿਕ ਪੋਜ਼ਿਟਿਵ ਚਾਰਜ ਹਨ। ਉਹ ਐਸਿਡ ਵਿੱਚ ਮੌਜੂਦ ਹਾਈਡਰੋਜਨ ਪਰਮਾਣੂਆਂ ਦੇ ਨਾਲ ਇੱਕ ਕਿਸਮ ਦੇ ਇਨਵੈਲਪ ਬਣਾਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਇਨਾਂ ਨੂੰ ਵੱਖ ਕਰਨ ਵਿੱਚ ਸਹਾਇਤਾ ਕਰਦੇ ਹਨ। ਇਹਨਾਂ ਆਇਨਾਂ ਨੂੰ ਹਾਈਡਰੇਟਡ ਆਇਨ ਵੀ ਕਿਹਾ ਜਾਂਦਾ ਹੈ। HCl plus water gives H positive plus Cl negative ion. The electrical current is carried through these ions. ਜਿਹੜਾ ਇਲੈਕਟ੍ਰੀਕਲ ਕਰੰਟ ਹੈ ਇਹਨਾਂ ਆਇਨਾਂ ਦੁਆਰਾ ਹੀ ਕੈਰੀ ਕੀਤਾ ਜਾਂਦਾ ਹੈ। The same apply to the other acids as well as bases. ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ। First one, acid can release H positive ion only in aqueous solution. ਜਿਹੜੇ ਐਸਿਡ ਹੈ ਉਹ H positive ion ਸਿਰਫ aqueous solution ਦੇ ਵਿੱਚ ਹੀ ਰਿਲੀਜ਼ ਕਰਦੇ ਹਨ। Second, base can release OH negative ion in aqueous solution. ਜਿਹੜੇ ਬੇਸ ਹੈ ਉਹ OH negative ion ਰਿਲੀਜ਼ ਕਰਦੇ ਆ ਸਿਰਫ aqueous solution ਦੇ ਵਿੱਚ ਹੀ। Chemical properties of acids and bases ਨੂੰ ਕਰਨ ਤੋਂ ਬਾਅਦ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ pH ਸਕੇਲ ਤੇ। ਅਸੀਂ ਜਾਣਦੇ ਹਾਂ ਕਿ ਤੇਜ਼ਾਬ ਖਾਰ ਸੂਚਕਾਂ ਦੀ ਵਰਤੋਂ ਕਰਕੇ ਤੇਜ਼ਾਬ ਅਤੇ ਖਾਰ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਅਸੀਂ ਪਿਛਲੇ ਸੈਕਸ਼ਨ ਵਿੱਚ H ਪੋਜ਼ਿਟਿਵ ਅਤੇ OH ਨੈਗੇਟਿਵ ਆਇਨਾਂ ਦੇ ਘੋਲਾਂ ਦੀ ਸੰਘਣਤਾ ਘੱਟ ਕਰਨਾ ਅਤੇ ਪਤਲਾ ਕਰਨ ਵਾਲੀ ਜਾਣਕਾਰੀ ਪ੍ਰਾਪਤ ਕੀਤੀ ਸੀ। ਕੀ ਅਸੀਂ ਕਿਸੇ ਘੋਲ ਵਿੱਚ ਮੌਜੂਦ ਆਇਨਾਂ ਦੀ ਸੰਖਿਆ ਜਾਣ ਸਕਦੇ ਹਾਂ? ਕੀ ਅਸੀਂ ਪਤਾ ਕਰ ਸਕਦੇ ਹਾਂ ਕਿ ਦਿੱਤਾ ਹੋਇਆ ਤੇਜ਼ਾਬ ਜਾਂ ਖਾਰ ਕਿੰਨਾ ਸ਼ਕਤੀਸ਼ਾਲੀ ਹੈ?
ਅਸੀਂ ਇਹ ਸਭ ਕੁਝ ਵਿਸ਼ਵ ਵਿਆਪੀ ਸੂਚਕ ਜੋ ਕਿ ਅਨੇਕ ਸੂਚਕਾਂ ਦਾ ਮਿਸ਼ਰਣ ਹੁੰਦਾ ਹੈ ਦਾ ਉਪਯੋਗ ਕਰਕੇ ਕਰ ਸਕਦੇ ਹਾਂ। ਇਹ ਵਿਸ਼ਵ ਵਿਆਪੀ ਸੂਚਕ ਕਿਸੇ ਘੋਲ ਵਿੱਚ ਹਾਈਡਰੋਜਨ ਆਇਨਾਂ ਦੀ ਵੱਖ-ਵੱਖ ਸੰਘਣਤਾ ਨੂੰ ਵਿਭਿੰਨ ਰੰਗਾਂ ਵਿੱਚ ਪ੍ਰਦਰਸ਼ਿਤ ਕਰਦਾ ਹੈ। ਹੁਣ ਅਸੀਂ pH ਸਕੇਲ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ: A scale for measuring hydrogen ion concentrations in a solution called pH scale। ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨਾਂ ਦੀ ਸੰਘਣਤਾ ਪਤਾ ਕਰਨ ਲਈ ਇੱਕ ਸਕੇਲ ਵਿਕਸਿਤ ਕੀਤੀ ਗਈ ਹੈ ਜਿਸ ਨੂੰ pH ਸਕੇਲ ਕਹਿੰਦੇ ਹਨ। A scale for measuring hydrogen ion concentration in a solution called pH scale। ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨਾਂ ਦੀ ਸੰਘਣਤਾ ਪਤਾ ਕਰਨ ਲਈ ਇੱਕ ਸਕੇਲ ਵਿਕਸਿਤ ਕੀਤੀ ਗਈ ਹੈ ਜਿਸ ਨੂੰ pH ਸਕੇਲ ਕਹਿੰਦੇ ਹਨ। pH scale has been developed by S.P.L. Sorensen। pH scale ਨੂੰ S.P.L. Sorensen ਦੁਆਰਾ ਵਿਕਸਿਤ ਕੀਤਾ ਗਿਆ ਸੀ। The P in pH stands for potence in German, meaning power। ਇਸ pH ਵਿੱਚ P ਤੋਂ ਭਾਵ ਹੈ potence, ਜੋ ਇੱਕ ਜਰਮਨ ਸ਼ਬਦ ਹੈ ਜਿਸ ਦਾ ਭਾਵ ਹੈ ਸ਼ਕਤੀ। pH meaning power of hydrogen। pH ਦਾ ਮੀਨਿੰਗ ਕੀ ਹੈ? ਹਾਈਡਰੋਜਨ ਦੀ ਸ਼ਕਤੀ। ਅਸੀਂ pH ਦਾ ਮੁੱਲ 0 ਬਹੁਤ ਤੇਜ਼ਾਬੀ ਤੋਂ 14 ਬਹੁਤ ਖਾਰੀ ਤੱਕ ਮਾਪ ਸਕਦੇ ਹਾਂ। ਸਧਾਰਨ ਭਾਸ਼ਾ ਵਿੱਚ pH ਨੂੰ ਇੱਕ ਅਜਿਹੀ ਸੰਖਿਆ ਦੇ ਰੂਪ ਵਿੱਚ ਸਮਝਿਆ ਜਾਵੇ ਜੋ ਕਿਸੇ ਘੋਲ ਦਾ ਤੇਜ਼ਾਬੀਪਨ ਅਤੇ ਖਾਰੀਪਨ ਨੂੰ ਦਰਸਾਉਂਦੀ ਹੈ। ਹਾਈਡਰੋਨੀਅਮ ਆਇਨਾਂ ਦੀ ਸੰਘਣਤਾ ਜਿੰਨੀ ਵਧੇਰੇ ਹੋਵੇਗੀ ਉਨੀ ਹੀ pH ਘੱਟ ਹੋਵੇਗੀ। Characteristics of pH scale are: the pH of a neutral solution is 7। ਕਿਸੇ ਵੀ ਉਦਾਸੀਨ ਨਿਊਟਰਨ ਘੋਲ ਦਾ pH ਮਾਨ 7 ਹੁੰਦਾ ਹੈ। Value less than 7 on the pH scale represent an acidic solution। ਜੇਕਰ ਕਿਸੇ ਘੋਲ ਦਾ pH ਸਕੇਲ ਤੇ ਮਾਨ 7 ਤੋਂ ਘੱਟ ਹੈ ਤਾਂ ਇਹ ਤੇਜ਼ਾਬੀ ਘੋਲ ਹੋਵੇਗਾ, ਐਸਿਡਿਕ ਘੋਲ ਹੋਵੇਗਾ। As the pH value increases from 7 to 14, it represents an increase in OH negative ion concentration in the solution, that is increase in the strength of alkali। ਜੇਕਰ pH ਦਾ ਮਾਨ 7 ਤੋਂ 14 ਵੱਲ ਵੱਧਦਾ ਹੈ ਤਾਂ ਇਹ ਘੋਲ ਵਿੱਚ OH ਨੈਗੇਟਿਵ ਆਇਨ ਦੀ ਸੰਘਣਤਾ ਦੇ ਵਾਧੇ ਨੂੰ ਦਰਸਾਉਂਦਾ ਹੈ, ਭਾਵ ਖਾਰ ਦੀ ਸ਼ਕਤੀ ਵੱਧਦੀ ਹੈ। ਆਮ ਤੌਰ ਤੇ pH ਮਾਪਣ ਲਈ ਵਿਸ਼ਵ ਵਿਆਪੀ ਸੂਚਕ ਨਾਲ ਅੰਕਿਤ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਤੇਜ਼ਾਬ ਅਤੇ ਖਾਰ ਦੀ ਸ਼ਕਤੀ ਉਤਪੰਨ ਕੀਤੇ ਲੜੀਵਾਰ H+ ਅਤੇ OH ਨੈਗੇਟਿਵ ਆਇਨਾਂ ਦੀ ਸੰਖਿਆ ਉੱਤੇ ਨਿਰਭਰ ਕਰਦੀ ਹੈ। ਜੇਕਰ ਅਸੀਂ ਹਾਈਡਰੋਕਲੋਰਿਕ ਤੇਜ਼ਾਬ ਅਤੇ ਐਸਿਟਿਕ ਤੇਜ਼ਾਬ ਸਮਾਨ ਸੰਘਣਤਾ ਮੰਨ ਲਓ 1 ਮੋਲਰ ਲੈ ਲੈਂਦੇ ਹਾਂ, ਇਹ ਵੱਖ-ਵੱਖ ਮਾਤਰਾ ਵਿੱਚ ਹਾਈਡਰੋਜਨ ਆਇਨ ਪੈਦਾ ਕਰਦੇ ਹਨ। ਤੇਜ਼ਾਬ ਜੋ ਵਧੇਰੇ ਮਾਤਰਾ ਵਿੱਚ H+ ਆਇਨ ਹਾਈਡਰੋਜਨ ਆਇਨ ਪੈਦਾ ਕਰਦੇ ਹਨ ਉਹ ਸ਼ਕਤੀਸ਼ਾਲੀ ਤੇਜ਼ਾਬ ਹੁੰਦੇ ਹਨ ਅਤੇ ਉਹ ਤੇਜ਼ਾਬ ਜਿਹੜੇ ਘੱਟ ਮਾਤਰਾ ਵਿੱਚ H+ ਆਇਨ ਹਾਈਡਰੋਜਨ ਆਇਨ ਪੈਦਾ ਕਰਦੇ ਹਨ ਉਹ ਕਮਜ਼ੋਰ ਤੇਜ਼ਾਬ ਹੁੰਦੇ ਹਨ। ਇਸੇ ਤਰ੍ਹਾਂ ਅਸੀਂ ਬੇਸਿਸ ਨੂੰ ਕਹਿ ਸਕਦੇ ਹਾਂ। Now move to the next topic: importance of pH in everyday life। First, importance of pH in everyday life: soil pH and plant growth। The growth of plant in a particular soil is also related to its pH। ਇੱਕ ਖਾਸ ਮਿੱਟੀ ਵਿੱਚ ਪੌਦਿਆਂ ਦਾ ਵਾਧਾ ਇਸ ਦੇ pH ਨਾਲ ਵੀ ਸੰਬੰਧਿਤ ਹੈ। Actually, different plant prefer different pH range for their growth। ਦਰਅਸਲ ਵੱਖ-ਵੱਖ ਪੌਦੇ ਆਪਣੇ ਵਾਧੇ ਲਈ ਵੱਖੋ-ਵੱਖਰੀ pH ਸੀਮਾ ਨੂੰ ਤਰਜੀਹ ਦਿੰਦੇ ਹਨ। It is therefore quite important to provide the soil with proper pH for their healthy growth। ਇਸ ਲਈ ਮਿੱਟੀ ਨੂੰ ਉਹਨਾਂ ਦੇ ਸਿਹਤਮੰਦ ਵਾਧੇ ਲਈ ਉਚਿਤ pH ਪ੍ਰਦਾਨ ਕਰਨਾ ਬਹੁਤ ਮਹੱਤਵਪੂਰਨ ਹੈ। Soils with high iron minerals or with vegetation tends to become acidic। This soil pH can reach as low as 4। ਉੱਚੀਆਂ ਆਇਰਨ ਖਣਿਜਾਂ ਜਾਂ ਬਨਸਪਤੀ ਵਾਲੀਆਂ ਮਿੱਟੀਆਂ ਤੇਜ਼ਾਬੀ ਹੋਣ ਦੀ ਪ੍ਰਵਿਰਤੀ ਰੱਖਦੀਆਂ ਹਨ। ਇਸ ਮਿੱਟੀ ਦਾ pH 4 ਤੱਕ ਘੱਟ ਹੋ ਸਕਦਾ ਹੈ। The acidic effect can be neutralized by liming the soil, which is carried by adding calcium hydroxide। ਤੇਜ਼ਾਬ ਦੇ ਪ੍ਰਭਾਵ ਨੂੰ ਨਿਊਟਰੀਲਾਈਜ਼ ਕਰਨ ਲਈ ਅਸੀਂ ਕੈਲਸ਼ੀਅਮ ਹਾਈਡਰੋਕਸਾਈਡ ਦਾ ਇਸਤੇਮਾਲ ਕਰਦੇ ਹਾਂ। These are all basic in nature and have neutralizing effect। ਇਹ ਸਾਰੇ ਸੁਭਾਅ ਦੇ ਵਿੱਚ ਖਾਰੇ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਨਿਊਟਰੀਲਾਈਜ਼ਿੰਗ ਇਫੈਕਟ ਹੁੰਦਾ ਹੈ। Similarly, the soil with excess of limestone of chalk is usually alkaline। Sometimes its pH reaches as high as 8.3 and quite harmful for the plant growth। ਇਸੇ ਤਰ੍ਹਾਂ ਚਾਕ ਦੇ ਚੂਨੇ ਵਾਲੀ ਮਿੱਟੀ ਆਮ ਤੌਰ ਤੇ ਖਾਰੀ ਹੁੰਦੀ ਹੈ। ਕਈ ਵਾਰ ਇਸ ਦੀ pH 8.3 ਤੱਕ ਪੁੱਜ ਜਾਂਦੀ ਹੈ ਅਤੇ ਪੌਦੇ ਦੇ ਵਾਧੇ ਲਈ ਕਾਫੀ ਨੁਕਸਾਨਦੇਹ ਹੁੰਦੀ ਹੈ। In order to reduce the alkaline effect, it is better to add some decaying organic matter।
The soil pH is also affected by acid rain and the use of fertilizers. Therefore, soil treatment is quite essential. ਖਾਰੀ ਪ੍ਰਭਾਵ ਨੂੰ ਘਟਾਉਣ ਲਈ ਇਸ ਵਿੱਚ ਬਿਹਤਰ ਹੁੰਦਾ ਹੈ ਕਿ ਕੁਝ ਸੜਦੇ ਜੈਵਿਕ ਪਦਾਰਥ ਸ਼ਾਮਿਲ ਕੀਤੇ ਜਾਣ। ਮਿੱਟੀ ਦਾ ਪੀਐਚ ਵੀ ਤੇਜ਼ਾਬੀ ਬਾਰਿਸ਼ ਅਤੇ ਖਾਦ ਦੀ ਵਰਤੋਂ ਨਾਲ ਪ੍ਰਭਾਵਿਤ ਹੁੰਦਾ ਹੈ, ਇਸ ਲਈ ਮਿੱਟੀ ਦਾ ਇਲਾਜ ਕਾਫੀ ਜ਼ਰੂਰੀ ਹੈ। Second importance of pH in everyday life, pH in our digestive system. It is very interesting to note that our stomach produce hydrochloric acid. ਇਹ ਨੋਟ ਕਰਨਾ ਬਹੁਤ ਦਿਲਚਸਪ ਹੈ ਕਿ ਸਾਡਾ ਪੇਟ ਹਾਈਡਰੋਕਲੋਰਿਕ ਐਸਿਡ ਪੈਦਾ ਕਰਦਾ ਹੈ। It helps in the digestion of food without harming the stomach. ਇਹ ਪੇਟ ਨੂੰ ਨੁਕਸਾਨ ਪਹੁੰਚਾਏ ਬਿਨਾ ਭੋਜਨ ਨੂੰ ਹਜਮ ਕਰਨ ਵਿੱਚ ਸਹਾਇਤਾ ਕਰਦਾ ਹੈ। During indigestion, the stomach produces too much acid and this causes pain and irritation. To get rid of this pain, people uses bases. These antacid neutralizes the excess acids. Magnesium hydroxide, milk of magnesia, a mild base is often used for this purpose. ਬਦਹਜਮੀ ਦੇ ਦੌਰਾਨ ਪੇਟ ਬਹੁਤ ਜ਼ਿਆਦਾ ਐਸਿਡ ਪੈਦਾ ਕਰਦਾ ਹੈ, ਇਸ ਨਾਲ ਦਰਦ ਅਤੇ ਜਲਨ ਹੁੰਦੀ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਲੋਕ ਬੇਸ ਦੀ ਵਰਤੋਂ ਕਰਦੇ ਹਨ। ਇਹ ਐਂਟਾਸਿਡ ਵਧੇਰੇ ਐਸਿਡ ਨੂੰ ਨਿਊਟ੍ਰੀਲਾਈਜ਼ ਕਰ ਦਿੰਦੇ ਹਨ। ਇਸ ਮਕਸਦ ਲਈ ਅਕਸਰ ਮੈਗਨੀਸ਼ੀਅਮ ਹਾਈਡਰੋਕਸਾਈਡ ਮਿਲਕ ਆਫ ਮੈਗਨੀਸ਼ੀਆ ਦੀ ਵਰਤੋਂ ਕੀਤੀ ਜਾਂਦੀ ਹੈ। These antacids will bring the pH of the system back its normal value. ਇਹ ਐਂਟਾਸਿਡ ਸਿਸਟਮ ਦੇ pH ਨੂੰ ਇਸ ਦੀ ਨਾਰਮਲ ਵੈਲਿਊ ਤੇ ਵਾਪਸ ਲਿਆਉਣ ਵਿੱਚ ਮਦਦ ਕਰਦੇ ਹਨ। The pH of human blood varies between 7.36 to 7.42. It is maintained by the soluble bicarbonate and carbonic acid present in the blood. These are also known as buffer. ਮਨੁੱਖੀ ਲਹੂ ਦਾ pH 7.36 ਤੋਂ 7.42 ਦੇ ਵਿਚਕਾਰ ਹੁੰਦਾ ਹੈ। ਇਹ ਖੂਨ ਵਿੱਚ ਮੌਜੂਦ ਘੁਲਣਸ਼ੀਲ ਬਾਈਕਾਰਬੋਨੇਟ ਅਤੇ ਕਾਰਬਨਿਕ ਐਸਿਡ ਦੁਆਰਾ ਬਣਾਈ ਰੱਖਿਆ ਜਾਂਦਾ ਹੈ। ਇਹ ਬਫਰ ਦੇ ਤੌਰ ਤੇ ਵੀ ਜਾਣੇ ਜਾਂਦੇ ਹਨ। Next importance, pH change the cause of tooth decay. Tooth decay starts when the pH of mouth is lower than 5.5. ਜਦੋਂ pH ਦੀ ਵੈਲਿਊ 5.5 ਤੋਂ ਘੱਟ ਹੁੰਦੀ ਹੈ ਤਾਂ tooth decay ਸਟਾਰਟ ਹੋ ਜਾਂਦਾ ਹੈ। Tooth enamel made up of calcium phosphate is the hardest substance in the body. It does not dissolve in water but is corroded when the pH in the mouth is below 5.5. Tooth enamel calcium phosphate ਨਾਲ ਬਣਿਆ ਸਰੀਰ ਦਾ ਸਭ ਤੋਂ ਸਖਤ ਪਦਾਰਥ ਹੈ। ਇਹ ਪਾਣੀ ਵਿੱਚ ਨਹੀਂ ਘੁਲਦਾ, ਪਰ ਜਦੋਂ pH 5.5 ਤੋਂ ਘੱਟ ਹੁੰਦੀ ਹੈ ਤਾਂ ਇਸ ਦਾ ਖੁਰਨਾ ਸ਼ੁਰੂ ਹੋ ਜਾਂਦਾ ਹੈ। Bacteria present in the mouth produce acids by degradation of sugar and food particles remaining in the mouth after eating. ਬੈਕਟੀਰੀਆ ਐਸਿਡ ਪੈਦਾ ਕਰਦੇ ਹਨ ਜੋ ਕਿ ਖਾਣ ਦੇ ਬਾਅਦ ਮੂੰਹ ਵਿੱਚ ਖੰਡ ਅਤੇ ਭੋਜਨ ਦੇ ਕਣਾਂ ਕਾਰਨ ਪੈਦਾ ਹੁੰਦੇ ਹਨ। The best way to prevent this is to clean the mouth after eating food using toothpaste, which are generally basic for cleaning the teeth, can neutralize the excess acids and prevent tooth decay. ਇਸ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਹੈ ਖਾਣਾ ਖਾਣ ਤੋਂ ਬਾਅਦ ਮੂੰਹ ਸਾਫ਼ ਕਰਨਾ। ਦੰਦਾਂ ਦੀ ਸਫਾਈ ਲਈ ਟੂਥਪੇਸਟ, ਜੋ ਆਮ ਤੌਰ ਤੇ ਬੇਸਿਕ ਹੁੰਦੇ ਹਨ, ਦੀ ਵਰਤੋਂ ਵਧੇਰੇ ਐਸਿਡ ਨੂੰ ਨਿਊਟ੍ਰੀਲਾਈਜ਼ ਕਰ ਸਕਦੀ ਹੈ ਅਤੇ ਦੰਦਾਂ ਦੇ ਖੁਰਨ ਨੂੰ ਰੋਕ ਸਕਦੀ ਹੈ। Fourth importance of pH in everyday life, self-defense by animal through chemical warfare, or the role of pH in curing stings by insects. The stings of bees and ants contain methanoic acid. ਮਧੂਮੱਖੀਆਂ ਅਤੇ ਕੀੜੀਆਂ ਦੇ ਸਟਿੰਗਾਂ ਵਿੱਚ methanoic acid ਹੁੰਦਾ ਹੈ। When stung, they cause lot of pain and irritation. ਮਧੂਮੱਖੀਆਂ ਅਤੇ ਕੀੜੀਆਂ ਦੇ ਡੰਗ ਦੇ ਨਾਲ ਬਹੁਤ ਜ਼ਿਆਦਾ ਦਰਦ ਅਤੇ ਜਲਨ ਪੈਦਾ ਹੁੰਦੀ ਹੈ। ਇਸ ਦਾ ਇਲਾਜ ਪ੍ਰਭਾਵਿਤ ਖੇਤਰ ਨੂੰ ਸਾਬਣ ਨਾਲ ਰਗੜ ਕੇ ਸਾਫ਼ ਕਰਨਾ ਹੈ। ਸਾਬਣ ਵਿੱਚ ਮੌਜੂਦ ਸੋਡੀਅਮ ਹਾਈਡਰੋਕਸਾਈਡ ਸਰੀਰ ਵਿੱਚ ਡੰਗ ਨਾਲ ਜਾਣ ਵਾਲੇ ਐਸਿਡ ਨੂੰ ਨਿਊਟ੍ਰੀਲਾਈਜ਼ ਕਰਦਾ ਹੈ ਅਤੇ ਇਸ ਤਰ੍ਹਾਂ pH ਨੂੰ ਉਸਦੇ ਅਸਲ ਪੱਧਰ ਤੇ ਵਾਪਸ ਲਿਆਉਂਦਾ ਹੈ, ਜਿਸ ਨਾਲ ਉਸ ਵਿਅਕਤੀ ਨੂੰ ਰਾਹਤ ਮਿਲਦੀ ਹੈ। Similarly, the effect of stings by wasp containing alkali is neutralized by the application of vinegar, which is ethanoic acid. ਇਸੇ ਤਰ੍ਹਾਂ ਵਾਸਪ ਦੇ ਸਟਿੰਗ ਦੇ ਇਫੈਕਟ ਨੂੰ ਨਿਊਟ੍ਰੀਲਾਈਜ਼ ਕੀਤਾ ਜਾਂਦਾ ਹੈ ਵਿਨੇਗਰ ਦੀ ਹੈਲਪ ਦੇ ਨਾਲ, ਜਿਸ ਦੇ ਵਿੱਚ ਈਥੇਨੋਇਕ ਐਸਿਡ ਹੁੰਦਾ ਹੈ। One question arises in our mind, that is, are animals pH sensitive? Our body works within the pH range of 7.0 to 7.8. ਸਾਡਾ ਸਰੀਰ 7.0 ਤੋਂ 7.8 ਦੇ pH ਸੀਮਾ ਦੇ ਅੰਦਰ ਕੰਮ ਕਰਦਾ ਹੈ। Living organisms can survive only in a narrow range of pH change. ਜੀਵਤ ਜੀਵ ਜੰਤੂ ਸਿਰਫ pH ਤਬਦੀਲੀ ਦੀ ਇੱਕ ਤੰਗ ਸੀਮਾ ਵਿੱਚ ਹੀ ਬਚ ਸਕਦੇ ਹਨ। When pH of rainwater is less than 5.6, it is called acid rain.
ਜਦੋਂ ਮੀਂਹ ਦੇ ਪਾਣੀ ਦੀ pH 5.6 ਤੋਂ ਘੱਟ ਹੁੰਦੀ ਹੈ ਤਾਂ ਇਸ ਨੂੰ ਐਸਿਡ ਰੇਨ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ। When acid rain flows into the river, it lowers the pH of the river water. ਜਦੋਂ ਤੇਜ਼ ਮੀਂਹ ਨਦੀਆਂ ਵਿੱਚ ਵਗਦਾ ਹੈ ਤਾਂ ਇਹ ਨਦੀ ਦੇ ਪਾਣੀ ਦੀ pH ਨੂੰ ਘੱਟ ਕਰ ਦਿੰਦਾ ਹੈ। The survival of aquatic life in such rivers becomes difficult. ਅਜਿਹੀਆਂ ਨਦੀਆਂ ਵਿੱਚ ਜਲ ਜੀਵਨ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ। pH scale and importance of pH scale in everyday life ਨੂੰ explain ਕਰਨ ਤੋਂ ਬਾਅਦ ਹੁਣ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਤੇ salt. A substance formed by neutralization of an acid with base is called a salt. ਬੇਸ ਦੇ ਨਾਲ ਐਸਿਡ ਦੇ ਨਿਊਟ੍ਰੀਲਾਈਜੇਸ਼ਨ ਦੁਆਰਾ ਬਣਾਏ ਗਏ ਪਦਾਰਥ ਨੂੰ ਲੂਣ ਕਿਹਾ ਜਾਂਦਾ ਹੈ। A substance formed by neutralization of an acid with base is called a salt. ਬੇਸ ਦੇ ਨਾਲ ਐਸਿਡ ਦੇ ਨਿਊਟ੍ਰੀਲਾਈਜੇਸ਼ਨ ਦੁਆਰਾ ਬਣਾਏ ਗਏ ਪਦਾਰਥ ਨੂੰ ਲੂਣ ਕਿਹਾ ਜਾਂਦਾ ਹੈ। For example, NaOH plus HCl gives NaCl plus H2O. ਉਦਾਹਰਨ ਦੇ ਤੌਰ ਤੇ ਸੋਡੀਅਮ ਹਾਈਡਰੋਕਸਾਈਡ ਹਾਈਡਰੋਕਲੋਰਿਕ ਐਸਿਡ ਨਾਲ ਰਿਐਕਟ ਕਰਨ ਤੋਂ ਬਾਅਦ ਸੋਡੀਅਮ ਕਲੋਰਾਈਡ ਅਤੇ ਪਾਣੀ ਬਣਾਉਂਦਾ ਹੈ। Classifications of salt. Salt has been classified on base of chemical formulas as well as pH values. Salt ਨੂੰ ਕੈਮੀਕਲ ਫਾਰਮੂਲੇ ਦੇ ਨਾਲ-ਨਾਲ pH ਵੈਲਿਊ ਦੇ ਆਧਾਰ ਤੇ ਵੀ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। Classification based on chemical formulas. First one, normal salt. A normal salt is the one which does not contain any ionizable hydrogen atom or hydroxyl group. This means that it has been formed by the complete neutralization of an acid by a base. ਇੱਕ ਸਧਾਰਨ ਲੂਣ ਉਹ ਹੁੰਦਾ ਹੈ ਜਿਸ ਵਿੱਚ ਹਾਈਡਰੋਜਨ ਐਟਮ ਜਾਂ ਹਾਈਡਰੋਕਸਲ ਸਮੂਹ ਦਾ ਕੋਈ ਆਇਨ ਨਹੀਂ ਹੁੰਦਾ। ਇਸ ਦਾ ਅਰਥ ਇਹ ਹੈ ਕਿ ਇਹ ਇੱਕ ਬੇਸ ਦੁਆਰਾ ਐਸਿਡ ਦੀ ਕੰਪਲੀਟ ਨਿਊਟ੍ਰੀਲਾਈਜੇਸ਼ਨ ਦੁਆਰਾ ਬਣਾਇਆ ਗਿਆ ਹੈ। For example, NaCl, KCl, etc. Second one, acidic salt. An acidic salt still contains some replaceable hydrogen atoms. This means that the neutralization of an acid by the base is not complete. ਇੱਕ ਐਸਿਡਿਕ ਸੋਲਟ ਵਿੱਚ ਕੁਝ ਬਦਲਣਯੋਗ ਹਾਈਡਰੋਜਨ ਪਰਮਾਣੂ ਹੁੰਦੇ ਹਨ। ਇਸ ਦਾ ਅਰਥ ਇਹ ਹੈ ਕਿ ਬੇਸ ਦੁਆਰਾ ਐਸਿਡ ਦਾ ਕੰਪਲੀਟ ਨਿਊਟ੍ਰੀਲਾਈਜੇਸ਼ਨ ਨਹੀਂ ਹੁੰਦਾ। For example, sodium hydrogen sulfate, sodium hydrogen carbonate, etc. Third one, basic salt. A basic salt still contains some replaceable hydroxyl group. This means that the neutralization of the base by the acid is not complete. Basic salt ਵਿੱਚ ਕੁਝ ਬਦਲਣਯੋਗ ਹਾਈਡਰੋਕਸਲ ਸਮੂਹ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਐਸਿਡ ਦੁਆਰਾ ਬੇਸ ਦਾ ਕੰਪਲੀਟ ਨਿਊਟ੍ਰੀਲਾਈਜੇਸ਼ਨ ਨਹੀਂ ਹੁੰਦਾ। For example, basic lead nitrate, basic lead chloride, etc. Next type of classification based on pH values. Salt are formed by the reaction between acids and bases. ਲੂਣ ਐਸਿਡ ਅਤੇ ਬੇਸ ਦੇ ਵਿਚਕਾਰ ਪ੍ਰਤੀਕਿਰਿਆ ਦੁਆਰਾ ਬਣਦੇ ਹਨ। Depending upon the nature of acids and bases or upon the pH values, the salt solution are of three types. ਐਸਿਡ ਅਤੇ ਬੇਸ ਦੀ ਪ੍ਰਤੀਕਿਰਿਆ ਦੇ ਆਧਾਰ ਤੇ ਜਾਂ pH ਦੀ ਵੈਲਿਊਜ਼ ਤੇ ਨਿਰਭਰ ਕਰਦਿਆਂ ਲੂਣ ਤਿੰਨ ਕਿਸਮਾਂ ਦੇ ਹੁੰਦੇ ਹਨ। First one, neutral salt solution. Salt solution of strong acids and strong bases are neutral and have pH equal to 7. They do not change the color of litmus solution. ਮਜ਼ਬੂਤ ਐਸਿਡ ਅਤੇ ਮਜ਼ਬੂਤ ਬੇਸ ਦੇ salt solution neutral ਹੁੰਦੇ ਹਨ ਅਤੇ ਇਹਨਾਂ ਦੀ pH 7 ਦੇ ਬਰਾਬਰ ਹੁੰਦੀ ਹੈ। Neutral salt solution ਲਿਟਮਸ ਘੋਲ ਦੇ ਰੰਗ ਨੂੰ ਨਹੀਂ ਬਦਲਦੇ। For example, NaCl, NaNO3, etc. Second one, acidic salt solution. Salt solution of strong acid and weak bases are of acidic nature and have pH less than 7. They change the color of blue litmus solution to red. ਮਜ਼ਬੂਤ ਐਸਿਡ ਅਤੇ ਕਮਜ਼ੋਰ ਬੇਸ ਦੇ ਸੋਲਟ ਸੋਲਿਊਸ਼ਨ ਐਸਿਡਿਕ ਸੁਭਾਅ ਦੇ ਹੁੰਦੇ ਹਨ ਅਤੇ ਇਸ ਦਾ pH 7 ਤੋਂ ਘੱਟ ਹੁੰਦਾ ਹੈ। ਐਸਿਡਿਕ ਸੋਲਟ ਸੋਲਿਊਸ਼ਨ ਨੀਲੇ ਲਿਟਮਸ ਘੋਲ ਦੇ ਰੰਗ ਨੂੰ ਲਾਲ ਵਿੱਚ ਬਦਲ ਦਿੰਦੇ ਹਨ। For example, NH4 in bracket, SO4, NH4Cl, etc. Third one, basic salt solution. Salt solution of strong bases and weak acids are of basic nature and have pH more than 7. They change the color of red litmus solution to blue. Basic salt solution ਮਜ਼ਬੂਤ ਬੇਸ ਅਤੇ ਕਮਜ਼ੋਰ ਐਸਿਡ ਦੇ salt solution basic ਸੁਭਾਅ ਦੇ ਹੁੰਦੇ ਹਨ ਅਤੇ ਇਸ ਦਾ pH 7 ਤੋਂ ਵੱਧ ਹੁੰਦਾ ਹੈ। Basic salt solution ਲਾਲ ਲਿਟਮਸ ਘੋਲ ਦਾ ਰੰਗ ਨੀਲੇ ਵਿੱਚ ਬਦਲ ਦਿੰਦੇ ਹਨ। For example, Na2CO3, K3PO4, etc. Now we are talking about uses of salt. First one, as a table salt. Salt ਨੂੰ ਇੱਕ table salt ਦੇ ਤੌਰ ਤੇ ਵੀ use ਕੀਤਾ ਜਾਂਦਾ ਹੈ।
ਸੈਕੰਡ ਵਨ ਇਨ ਦਾ ਮੈਨੂਫੈਕਚਰ ਆਫ ਬਟਰ ਐਂਡ ਚੀਜ਼, ਮੱਖਣ ਅਤੇ ਪਨੀਰ ਦੇ ਨਿਰਮਾਣ ਵਿੱਚ। ਥਰਡ ਵਨ ਇਨ ਲੈਦਰ ਇੰਡਸਟਰੀ, ਚਮੜੇ ਉਦਯੋਗ ਵਿੱਚ। ਫੋਰਥ ਵਨ ਇਨ ਦਾ ਮੈਨੂਫੈਕਚਰਿੰਗ ਆਫ ਵਾਸ਼ਿੰਗ ਸੋਡਾ ਐਂਡ ਬੇਕਿੰਗ ਸੋਡਾ, ਕੱਪੜੇ ਧੋਣ ਵਾਲੇ ਸੋਡੇ ਅਤੇ ਬੇਕਿੰਗ ਸੋਡੇ ਦੇ ਨਿਰਮਾਣ ਵਿੱਚ। ਨੈਕਸਟ ਵਨ ਫॉर द preparation of sodium hydroxide by electrolysis of brine, ਬ੍ਰਾਈਨ ਦੇ ਇਲੈਕਟ੍ਰੋਲਿਸਿਸ ਦੁਆਰਾ ਸੋਡੀਅਮ ਹਾਈਡਰੋਕਸਾਈਡ ਦੀ ਤਿਆਰੀ ਲਈ। ਲਾਸਟ ਵਨ ਰੌਕ ਸਾਲਟ ਇਜ਼ ਸਪਰੈਡ ਔਨ ਆਈਸ ਟੂ ਮੈਲਟ ਇਟ ਇਨ ਕੋਲਡ ਕੰਟਰੀਜ਼, ਠੰਡੇ ਦੇਸ਼ਾਂ ਵਿੱਚ ਬਰਫ਼ ਨੂੰ ਪਿਘਲਾਉਣ ਲਈ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। Now let's move to our next topic, some important chemical compounds. First chemical compound, sodium chloride common salt. Sodium chloride, also called common salt or table salt, is the most essential part of our diet. Sodium chloride ਨੂੰ ਆਮ ਲੂਣ ਜਾਂ ਟੇਬਲ ਲੂਣ ਵੀ ਕਿਹਾ ਜਾਂਦਾ ਹੈ। ਇਹ ਸਾਡੀ ਖੁਰਾਕ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। Chemically, it is formed by the reaction between solution of sodium hydroxide and hydrochloric acid. ਰਸਾਇਣਿਕ ਤੌਰ ਤੇ ਇਹ ਸੋਡੀਅਮ ਹਾਈਡਰੋਕਸਾਈਡ ਅਤੇ ਹਾਈਡਰੋਕਲੋਰਿਕ ਐਸਿਡ ਦੇ ਸੋਲਿਊਸ਼ਨ ਦਰਮਿਆਨ ਪ੍ਰਤੀਕਿਰਿਆ ਦੁਆਰਾ ਬਣਾਇਆ ਜਾਂਦਾ ਹੈ। ਸੀ ਵਾਟਰ ਇਜ਼ ਦਾ ਮੇਜਰ ਸੋਰਸ ਆਫ ਸੋਡੀਅਮ ਕਲੋਰਾਈਡ। ਸਮੁੰਦਰ ਦਾ ਪਾਣੀ ਸੋਡੀਅਮ ਕਲੋਰਾਈਡ ਦਾ ਪ੍ਰਮੁੱਖ ਸਰੋਤ ਹੈ, ਜਿੱਥੇ ਇਹ ਘੁਲਣਸ਼ੀਲ ਲੂਣ ਜਿਵੇਂ ਕਿ ਕਲੋਰਾਈਡਸ ਅਤੇ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੇ ਸਲਫੇਟਸ ਦੇ ਨਾਲ ਬਚਾਏ ਗਏ ਰੂਪ ਵਿੱਚ ਮੌਜੂਦ ਹੈ। ਇਸ ਨੂੰ ਕੁਝ ਤਰੀਕਿਆਂ ਦੁਆਰਾ ਵੱਖ ਕੀਤਾ ਜਾਂਦਾ ਹੈ। Deposits of salt are found in different part of the world and is known as rock salt. ਲੂਣ ਦੇ ਭੰਡਾਰ ਸੰਸਾਰ ਦੇ ਵੱਖ-ਵੱਖ ਹਿੱਸੇ ਵਿੱਚ ਪਾਏ ਜਾਂਦੇ ਹਨ ਅਤੇ ਚਟਾਨ ਲੂਣ ਵਜੋਂ ਜਾਣੇ ਜਾਂਦੇ ਹਨ। ਜਦੋਂ ਇਹ ਸ਼ੁੱਧ ਰੂਪ ਦੇ ਵਿੱਚ ਹੁੰਦਾ ਹੈ ਤਾਂ ਇਹ ਚਿੱਟੇ ਕ੍ਰਿਸਟਲ ਦਾ ਠੋਸ ਰੂਪ ਹੁੰਦਾ ਹੈ, ਹਾਲਾਂਕਿ ਇਹ ਸ਼ੁੱਧੀਆਂ ਦੇ ਮੌਜੂਦ ਕਾਰਨ ਅਕਸਰ ਭੂਰਾ ਹੁੰਦਾ ਹੈ। Uses of sodium chloride or common salt. First, essential for life. Sodium chloride is quite essential for life. ਜੀਵਨ ਲਈ ਸੋਡੀਅਮ ਕਲੋਰਾਈਡ ਕਾਫੀ ਜ਼ਰੂਰੀ ਹੈ। ਜੀਵ ਵਿਗਿਆਨਕ ਤੌਰ ਤੇ ਇਸ ਦੇ ਪ੍ਰਦਰਸ਼ਨ ਕਰਨ ਲਈ ਬਹੁਤ ਸਾਰੇ ਕਾਰਜ ਹੁੰਦੇ ਹਨ, ਜਿਵੇਂ ਕਿ ਮਾਸਪੇਸ਼ੀ ਸੰਕੁਚਨ ਵਿੱਚ, ਦਿਮਾਗੀ ਪ੍ਰਣਾਲੀ ਵਿੱਚ ਨਸਾਂ ਦੇ ਪ੍ਰਭਾਵ ਦਾ ਸੰਚਾਰ ਕਰਨ ਵਿੱਚ ਅਤੇ ਹਾਈਡਰੋਕਲੋਰਿਕ ਐਸਿਡ ਵਿੱਚ ਵੀ ਬਦਲਿਆ ਜਾਂਦਾ ਹੈ, ਜੋ ਪੇਟ ਵਿੱਚ ਭੋਜਨ ਨੂੰ ਹਜਮ ਕਰਨ ਵਿੱਚ ਸਹਾਇਤਾ ਕਰਦਾ ਹੈ। ਇਲੈਕਟ੍ਰੋ ਪਾਊਡਰ ਆਮ ਲੂਣ ਦਾ ਇੱਕ ਮਹੱਤਵਪੂਰਨ ਬਦਲ ਹੈ। Second one, raw material for chemicals. Sodium chloride is also a very useful raw material for different chemicals. ਸੋਡੀਅਮ ਕਲੋਰਾਈਡ ਵੱਖ-ਵੱਖ ਰਸਾਇਣਾਂ ਲਈ ਇੱਕ ਬਹੁਤ ਲਾਭਦਾਇਕ ਕੱਚਾ ਮਾਲ ਵੀ ਹੈ। ਇਹਨਾਂ ਵਿੱਚੋਂ ਕੁਝ ਹਾਈਡਰੋਕਲੋਰਿਕ ਐਸਿਡ, ਵਾਸ਼ਿੰਗ ਸੋਡਾ, ਬੇਕਿੰਗ ਸੋਡਾ ਆਦਿ ਹਨ। ਲੂਣ, ਬ੍ਰਾਈਨ, ਸੋਡੀਅਮ ਹਾਈਡਰੋਕਸਾਈਡ, ਕਲੋਰੀਨ ਅਤੇ ਹਾਈਡਰੋਜਨ ਦੇ ਇੱਕ ਮਜ਼ਬੂਤ ਘੋਲ ਦੇ ਇਲੈਕਟ੍ਰੋਲਾਈਸਿਸ ਪ੍ਰਾਪਤ ਕੀਤੇ ਜਾਂਦੇ ਹਨ। ਇਹਨਾਂ ਤੋਂ ਇਲਾਵਾ ਇਸ ਦੀ ਵਰਤੋਂ ਚਮੜੇ ਦੇ ਉਦਯੋਗ ਵਿੱਚ ਚਮੜੇ ਦੀ ਰੰਗਾਈ ਲਈ ਕੀਤੀ ਜਾਂਦੀ ਹੈ। ਕੜਾਕੇ ਦੀ ਠੰਡ ਵਿੱਚ ਬਰਫ਼ ਨੂੰ ਪਿਘਲਾਉਣ ਲਈ ਬਰਫ਼ ਦੀਆਂ ਸੜਕਾਂ ਉੱਤੇ ਲੂਣ ਫੈਲਾਇਆ ਜਾਂਦਾ ਹੈ। Next type of chemical compound, sodium hydroxide. When electricity is passed through an aqueous solution of sodium chloride called brine, it decomposes to form sodium hydroxide. ਜਦੋਂ ਬਿਜਲੀ ਸੋਡੀਅਮ ਕਲੋਰਾਈਡ, ਜਿਸ ਨੂੰ ਬ੍ਰਾਈਨ ਕਿਹਾ ਜਾਂਦਾ ਹੈ, ਦੇ ਐਕੁਅਸ ਸੋਲਿਊਸ਼ਨ ਵਿੱਚੋਂ ਲੰਘਦਾ ਹੈ ਤਾਂ ਇਹ ਸੋਡੀਅਮ ਹਾਈਡਰੋਕਸਾਈਡ ਬਣਦਾ ਹੈ। 2NaCl plus 2H2O gives 2NaOH plus Cl2 plus H2. The process is called the chlor-alkali process because of the product form chlor for chlorine and alkali for sodium hydroxide. ਪ੍ਰਕਿਰਿਆ ਨੂੰ chlor-alkali ਪ੍ਰਕਿਰਿਆ ਕਿਹਾ ਜਾਂਦਾ ਹੈ ਕਿਉਂਕਿ ਉਤਪਾਦਾਂ ਦੇ ਕਾਰਨ ਕਲੋਰੀਨ ਲਈ ਕਲੋਰ ਅਤੇ ਸੋਡੀਅਮ ਹਾਈਡਰੋਕਸਾਈਡ ਲਈ ਐਲਕਲੀ ਵਰਡ ਦੀ ਵਰਤੋਂ ਹੁੰਦੀ ਹੈ। ਕਲੋਰੀਨ ਗੈਸ ਐਨੋਡ ਤੇ ਅਤੇ ਕੈਥੋਡ ਤੇ ਹਾਈਡਰੋਜਨ ਗੈਸ ਦਿੱਤੀ ਜਾਂਦੀ ਹੈ। ਕੈਥੋਡ ਦੇ ਨੇੜੇ ਸੋਡੀਅਮ ਹਾਈਡਰੋਕਸਾਈਡ ਘੋਲ ਬਣਦਾ ਹੈ। ਇਸ ਪ੍ਰਕਿਰਿਆ ਵਿੱਚ ਤਿਆਰ ਹੋਏ ਤਿੰਨੋਂ ਉਤਪਾਦ ਲਾਭਦਾਇਕ ਹੁੰਦੇ ਹਨ। ਇਹ ਚਿੱਤਰ ਇਹਨਾਂ ਉਤਪਾਦਾਂ ਦੀਆਂ ਵੱਖ-ਵੱਖ ਵਰਤੋਂ ਨੂੰ ਦਰਸਾਉਂਦਾ ਹੈ। Let's move to our next important chemical compound, bleaching powder. Bleaching powder is chemically called chlorine of lime or chlorinated lime. ਤੁਸੀਂ ਪਹਿਲਾਂ ਹੀ ਜਾਣ ਚੁੱਕੇ ਹੋਵੋਗੇ ਕਿ ਜਲ ਰਹਿਤ ਸੋਡੀਅਮ ਕਲੋਰਾਈਡ ਦੇ ਇਲੈਕਟ੍ਰੋਲਿਸਿਸ ਦੌਰਾਨ ਕਲੋਰੀਨ ਤਿਆਰ ਕੀਤੀ ਜਾਂਦੀ ਹੈ। ਇਹ ਕਲੋਰੀਨ ਗੈਸ ਬਲੀਚਿੰਗ ਪਾਊਡਰ ਬਣਾਉਣ ਲਈ ਵਰਤੀ ਜਾਂਦੀ ਹੈ। Bleaching powder is produced by the action of chlorine on dry slaked lime. ਬਲੀਚਿੰਗ ਪਾਊਡਰ ਸੁੱਕੇ ਸਲੇਕਟ ਚੂਨੇ ਤੇ ਕਲੋਰੀਨ ਦੀ ਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ। Ca(OH) 2 plus Cl2 gives CaOCl2 plus H2O. Bleaching powder is represented as CaOCl2. ਬਲੀਚਿੰਗ ਪਾਊਡਰ ਨੂੰ CaOCl2 ਵਜੋਂ ਦਰਸਾਇਆ ਜਾਂਦਾ ਹੈ। ਬਲੀਚਿੰਗ ਪਾਊਡਰ ਦੀ ਰਚਨਾ ਕਾਫੀ ਗੁੰਝਲਦਾਰ ਹੈ। Uses of bleaching powder. First one, for bleaching cotton and linen in the textile industry, for bleaching wood pulp in paper factories,
ਐਂਡ ਫॉर ਬਲੀਚਿੰਗ ਵਾਸ਼ਡ ਕਲੋਥ ਇਨ ਲਾਉਂਡਰੀ। ਟੈਕਸਟਾਈਲ ਉਦਯੋਗ ਵਿੱਚ ਸੂਤੀ ਅਤੇ ਲਾਈਨਿਨ ਬਲੀਚ ਕਰਨ ਲਈ, ਕਾਗਜ਼ ਫੈਕਟਰੀਆਂ ਵਿੱਚ ਲੱਕੜ ਨੂੰ ਬਲੀਚ ਕਰਨ ਲਈ ਅਤੇ ਕੱਪੜੇ ਧੋਣ ਲਈ। ਸੈਕੰਡ ਵਨ, ਐਜ਼ ਐਨ ਆਕਸੀਡਾਈਜ਼ਿੰਗ ਏਜੰਟ ਇਨ ਮੈਨੀ ਕੈਮੀਕਲ ਇੰਡਸਟਰੀ। ਬਹੁਤ ਸਾਰੇ ਰਸਾਇਣਿਕ ਉਦਯੋਗਾਂ ਵਿੱਚ ਇੱਕ ਆਕਸੀਡਾਈਜ਼ਿੰਗ ਏਜੰਟ ਵਜੋਂ। ਥਰਡ ਵਨ, ਫॉर ਡਿਸਇਨਫੈਕਟਿੰਗ ਡਰਿੰਕਿੰਗ ਵਾਟਰ ਟੂ ਮੇਕ ਇਟ ਫ੍ਰੀ ਆਫ ਜਰਮਸ। ਪੀਣ ਵਾਲੇ ਪਾਣੀ ਨੂੰ ਕੀਟਾਣੂ ਮੁਕਤ ਕਰਨ ਲਈ। ਫੋਰਥ ਵਨ, ਇਟ ਇਜ਼ ਯੂਜ਼ਡ ਟੂ ਪ੍ਰਿਪੇਅਰ ਕਲੋਰੋਫਾਰਮ। ਇਸ ਦੀ ਵਰਤੋਂ ਕਲੋਰੋਫਾਰਮ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਨੈਕਸਟ ਇੰਪੋਰਟੈਂਟ ਕੈਮੀਕਲ ਕੰਪਾਊਂਡ ਬੇਕਿੰਗ ਸੋਡਾ। ਰਸੋਈ ਵਿੱਚ ਆਮ ਤੌਰ ਤੇ ਸਵਾਦ ਵਾਲੇ ਕ੍ਰਿਸਪੀ ਪਕੌੜੇ ਬਣਾਉਣ ਲਈ ਵਰਤਿਆ ਜਾਂਦਾ ਸੋਡਾ ਬੇਕਿੰਗ ਸੋਡਾ ਹੈ। ਕਈ ਵਾਰ ਇਸ ਨੂੰ ਖਾਣੇ ਨੂੰ ਤੇਜ਼ ਪਕਾਉਣ ਲਈ ਵੀ ਐਡ ਕੀਤਾ ਜਾਂਦਾ ਹੈ। The chemical name of compound is sodium hydrogen carbonate (NaHCO3). It is produced using sodium chloride as one of the raw material. ਇਸ ਨੂੰ ਬਣਾਉਣ ਲਈ ਸੋਡੀਅਮ ਕਲੋਰਾਈਡ ਦੀ ਵਰਤੋਂ ਕੀਤੀ ਜਾਂਦੀ ਹੈ। NaCl plus H2O plus CO2 plus NH3 gives NH4Cl plus NaHCO3. Baking soda is represented as NaHCO3. Properties. First one, it is white crystalline substance that form an alkaline solution with water. ਇਹ ਇੱਕ ਚਿੱਟਾ ਕ੍ਰਿਸਟਲ ਪਦਾਰਥ ਹੈ ਜੋ ਕਿ ਪਾਣੀ ਦੇ ਨਾਲ ਇੱਕ ਐਲਕਲਾਈਨ ਸੋਲੂਸ਼ਨ ਬਣਾਉਂਦਾ ਹੈ। The aqueous solution of sodium bicarbonate is neutral to methyl orange but gives pink color with phenolphthalein orange. Sodium bicarbonate ਦਾ aqueous solution methyl orange ਲਈ neutral ਹੈ, ਪਰ phenolphthalein orange ਇਸ ਦਾ ਗੁਲਾਬੀ ਰੰਗ ਕਰ ਦਿੰਦਾ ਹੈ। Second property, when heated above 543 Kelvin, it is converted into sodium carbonate. ਜਦੋਂ ਇਸ ਨੂੰ 543 ਕੈਲਵਿਨ ਦੇ ਉੱਪਰ ਗਰਮ ਕੀਤਾ ਜਾਂਦਾ ਹੈ ਤਾਂ ਇਹ ਸੋਡੀਅਮ ਕਾਰਬੋਨੇਟ ਵਿੱਚ ਬਦਲ ਜਾਂਦਾ ਹੈ। 2NaHCO3 gives Na2CO3 plus CO2 plus H2O. Uses of baking soda and sodium hydrogen carbonate. First one, for making baking powder, which is a mixture of baking soda and a mild edible acid such as tartaric acid. ਬੇਕਿੰਗ ਪਾਊਡਰ ਬਣਾਉਣ ਲਈ ਜੋ ਕਿ ਬੇਕਿੰਗ ਸੋਡਾ ਅਤੇ ਇੱਕ ਹਲਕੇ ਖਾਣ ਵਾਲੇ ਐਸਿਡ ਜਿਵੇਂ ਟਾਰਟਰਿਕ ਐਸਿਡ ਦਾ ਮਿਸ਼ਰਣ ਹੈ। When baking powder is heated or mixed in water, the following reaction takes place. ਜਦੋਂ ਬੇਕਿੰਗ ਪਾਊਡਰ ਨੂੰ ਗਰਮ ਕੀਤਾ ਜਾਂਦਾ ਹੈ ਜਾਂ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਤਾਂ ਹੇਠ ਲਿਖੀ ਪ੍ਰਤੀਕਿਰਿਆ ਹੁੰਦੀ ਹੈ। NaHCO3 plus H positive ion gives CO2 plus H2O plus sodium salt of acid. Carbon dioxide produced during the reaction causes bread or cake to rise, making them soft and spongy. ਪ੍ਰਤੀਕਿਰਿਆ ਦੇ ਦੌਰਾਨ ਪੈਦਾ ਕੀਤਾ ਗਿਆ ਕਾਰਬਨ ਡਾਈਆਕਸਾਈਡ ਰੋਟੀ ਜਾਂ ਕੇਕ ਨੂੰ ਨਰਮ ਅਤੇ ਸਪੰਜੀ ਬਣਾਉਣ ਦਾ ਕਾਰਨ ਬਣਦਾ ਹੈ। Next use, sodium hydrogen carbonate is also an ingredient in antacid wing alkaline. It neutralizes excess acid in the stomach and provides relief. ਸੋਡੀਅਮ ਹਾਈਡਰੋਜਨ ਕਾਰਬੋਨੇਟ ਵੀ ਐਂਟਐਸਿਡ ਦਾ ਇੱਕ ਅੰਸ਼ ਹੈ। ਖਾਰਾ ਹੋਣ ਕਰਕੇ ਇਹ ਪੇਟ ਵਿੱਚ ਵਧੇਰੇ ਐਸਿਡ ਨੂੰ ਨਿਊਟਰਲਾਈਜ਼ ਕਰਦਾ ਹੈ ਅਤੇ ਰਾਹਤ ਪ੍ਰਦਾਨ ਕਰਦਾ ਹੈ। ਨੈਕਸਟ ਵਨ, ਇਟ ਇਜ਼ ਆਲਸੋ ਯੂਜ਼ਡ ਇਨ ਸੋਡਾ ਐਸਿਡ ਫਾਇਰ ਐਕਸਟਿੰਗੁਇਸ਼ਰ। ਇਹ ਸੋਡਾ ਐਸਿਡ ਅੱਗ ਬੁਝਾਊ ਯੰਤਰਾਂ ਵਿੱਚ ਵੀ ਵਰਤੀ ਜਾਂਦੀ ਹੈ। ਲਾਸਟ ਵਨ, ਇਟ ਇਜ਼ ਐਨ ਇੰਪੋਰਟੈਂਟ ਕੈਮੀਕਲ ਇਨ ਦਾ ਟੈਕਸਟਾਈਲ ਟੈਨਿੰਗ ਐਂਡ ਪੇਪਰ ਇੰਡਸਟਰੀ। ਟੈਕਸਟਾਈਲ ਟੈਨਿੰਗ ਅਤੇ ਕਾਗਜ਼ ਉਦਯੋਗਾਂ ਵਿੱਚ ਵੀ ਇੱਕ ਮਹੱਤਵਪੂਰਨ ਰਸਾਇਣ ਹੈ। Let's move to our next important chemical compound, washing soda. The chemical name of washing soda is sodium carbonate decahydrate Na2CO3.10H2O. Sodium carbonate is recrystallized by dissolving in water to get washing soda. It is also a basic salt. ਸੋਡੀਅਮ ਕਾਰਬੋਨੇਟ ਤੋਂ ਧੋਣ ਵਾਲਾ ਸੋਡਾ ਪ੍ਰਾਪਤ ਕਰਨ ਲਈ ਇਸ ਨੂੰ ਪਾਣੀ ਵਿੱਚ ਘੋਲ ਕੇ ਦੁਬਾਰਾ ਸਥਾਪਿਤ ਕੀਤਾ ਜਾਂਦਾ ਹੈ। ਇਹ ਇੱਕ ਬੇਸਿਕ ਸਾਲਟ ਵੀ ਹੈ। Na2CO3 plus 10H2O gives Na2CO3.10H2O washing soda. Sodium carbonate and sodium hydrogen carbonate are useful chemicals for many industrial processes. ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਹਾਈਡਰੋਜਨ ਕਾਰਬੋਨੇਟ ਬਹੁਤ ਸਾਰੀਆਂ ਉਦਯੋਗਿਕ ਪ੍ਰਤੀਕਿਰਿਆਵਾਂ ਲਈ ਲਾਭਦਾਇਕ ਰਸਾਇਣ ਹਨ। Uses of washing soda. First one, sodium carbonate is used in glass, soap and paper industry. ਸੋਡੀਅਮ ਕਾਰਬੋਨੇਟ ਕੱਚ, ਸਾਬਣ ਅਤੇ ਕਾਗਜ਼ ਉਦਯੋਗਾਂ ਵਿੱਚ ਵਰਤਿਆ ਜਾਂਦਾ ਹੈ। Second one, it is used in the manufacture of sodium compounds such as borax. ਇਸ ਦੀ ਵਰਤੋਂ ਸੋਡੀਅਮ ਮਿਸ਼ਰਣ ਜਿਵੇਂ ਕਿ ਬੋਰੈਕਸ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ। Third one, sodium carbonate can be used as a cleaning agent for domestic purpose.
ਸੋਡੀਅਮ ਕਾਰਬੋਨੇਟ ਦੀ ਵਰਤੋਂ ਘਰੇਲੂ ਉਦੇਸ਼ਾਂ ਲਈ ਸਫਾਈ ਏਜੰਟ ਵਜੋਂ ਕੀਤੀ ਜਾ ਸਕਦੀ ਹੈ। ਐਂਡ ਦ ਲਾਸਟ ਵਨ, ਇਟ ਇਜ਼ ਯੂਜ਼ਡ ਫॉर ਰਿਮੂਵਿੰਗ ਹਾਰਡਨੈਸ ਆਫ ਵਾਟਰ। ਇਸ ਦੀ ਵਰਤੋਂ ਪਾਣੀ ਦੀ ਸਖਤੀ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਨਾਓ ਮੂਵ ਟੂ ਦ ਲਾਸਟ ਇੰਪੋਰਟੈਂਟ ਕੈਮੀਕਲ ਕੰਪਾਊਂਡ, ਪਲਾਸਟਰ ਆਫ ਪੈਰਿਸ। On heating gypsum at 373 Kelvin, it loses water molecule and become calcium sulfate hemihydrate, CaSO4 dot half H2O. This is called plaster of Paris. ਜਿਪਸਮ ਨੂੰ 373 ਕੈਲਵਿਨ ਤੇ ਗਰਮ ਕਰਨ ਤੇ ਇਹ ਪਾਣੀ ਦੇ ਅਣੂ ਗਵਾ ਦਿੰਦਾ ਹੈ ਅਤੇ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਬਣ ਜਾਂਦਾ ਹੈ। ਇਸ ਨੂੰ ਪਲਾਸਟਰ ਆਫ ਪੈਰਿਸ ਕਿਹਾ ਜਾਂਦਾ ਹੈ। CaSO4.2H2O gives CaSO4 dot half H2O plus 3/4 H2O. The temperature is carefully controlled as at higher temperature gypsum is fully dehydrated. ਤਾਪਮਾਨ ਧਿਆਨ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ ਕਿਉਂਕਿ ਉੱਚ ਤਾਪਮਾਨ ਤੇ ਜਿਪਸਮ ਪੂਰੀ ਤਰ੍ਹਾਂ ਡੀਹਾਈਡਰੇਟ ਹੁੰਦਾ ਹੈ। ਡੀਹਾਈਡਰੇਟ ਜਿਪਸਮ ਦੀਆਂ ਵਿਸ਼ੇਸ਼ਤਾਵਾਂ ਪਲਾਸਟਰ ਆਫ ਪੈਰਿਸ ਨਾਲੋਂ ਬਿਲਕੁਲ ਵੱਖਰੀਆਂ ਹਨ। Plaster of Paris is the substance which doctor use as plaster for supporting fractured bones in the right position. Plaster of Paris ਉਹ ਪਦਾਰਥ ਹੈ ਜਿਸ ਦੀ ਵਰਤੋਂ ਡਾਕਟਰ ਸਹੀ ਸਥਿਤੀ ਵਿੱਚ ਟੁੱਟੀਆਂ ਹੋਈਆਂ ਹੱਡੀਆਂ ਦੇ ਸਮਰਥਨ ਲਈ ਪਲਸਤਰ ਵਜੋਂ ਕਰਦੇ ਹਨ। Plaster of Paris is a white powder and on mixing with water it changes to gypsum once again giving a hard solid mass. Plaster of Paris ਇੱਕ ਚਿੱਟਾ ਪਾਊਡਰ ਹੈ ਅਤੇ ਪਾਣੀ ਵਿੱਚ ਰਲਾਉਣ ਤੇ ਇਹ ਇੱਕ ਵਾਰ ਫਿਰ ਸਖਤ ਪੱਕਾ ਪੁੰਜ ਦੇਣ ਵਾਲੇ ਜਿਪਸਮ ਵਿੱਚ ਬਦਲ ਜਾਂਦਾ ਹੈ। CaSO4.half H2O plus 3/4 H2O gives CaSO4.2 H2O. Uses of plaster of Paris. ਜਦੋਂ ਬਰੀਕ ਪਲਾਸਟਰ ਆਫ ਪੈਰਿਸ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ ਅਤੇ ਪੇਸਟ ਬਣਾਇਆ ਜਾਂਦਾ ਹੈ ਤਾਂ ਇਹ ਤੇਜ਼ੀ ਨਾਲ ਸਖਤ ਪੁੰਜ ਵਿੱਚ ਬਦਲ ਜਾਂਦਾ ਹੈ। ਪ੍ਰਕਿਰਿਆ ਵਿੱਚ ਇਸ ਦੀ ਮਾਤਰਾ ਵੀ ਥੋੜੀ ਜਿਹੀ ਵੱਧਦੀ ਹੈ। ਇਸ ਵਿਸ਼ੇਸ਼ਤਾਵਾਂ ਦੀ ਵਰਤੋਂ ਕਈ ਜਗ੍ਹਾ ਹੁੰਦੀ ਹੈ। ਪਾਣੀ ਜੋੜਨ ਨਾਲ ਪਲਾਸਟਰ ਆਫ ਪੈਰਿਸ ਵਾਪਸ ਜਿਪਸਮ ਵਿੱਚ ਬਦਲ ਜਾਂਦੀ ਹੈ। First use, it is used in the laboratories for sealing gaps where airtight arrangement is required. ਇਸ ਦੀ ਵਰਤੋਂ ਪ੍ਰਯੋਗਸ਼ਾਲਾਵਾਂ ਵਿੱਚ ਸੀਲਿੰਗ ਗੈਪਸ ਲਈ ਕੀਤੀ ਜਾਂਦੀ ਹੈ ਜਿੱਥੇ 에ਅਰਟਾਈਟ ਕਰਨ ਦੀ ਜ਼ਰੂਰਤ ਹੁੰਦੀ ਹੈ। Second, it is also used for making toys, cosmetic and casts in statues. ਇਹ ਖਿਡੌਣੇ ਬਣਾਉਣ, ਸ਼ਿੰਗਾਰ ਅਤੇ ਮੂਰਤੀਆਂ ਦੀਆਂ ਕਾਸਟਾਂ ਲਈ ਵੀ ਵਰਤੀ ਜਾਂਦੀ ਹੈ। Third one, it is used as a cast for setting broken bones. ਟੁੱਟੀਆਂ ਹੱਡੀਆਂ ਸਥਾਪਿਤ ਕਰਨ ਲਈ ਇਸ ਦੀ ਵਰਤੋਂ ਇੱਕ ਪਲਸਤਰ ਵਜੋਂ ਕੀਤੀ ਜਾਂਦੀ ਹੈ। Fourth one, it also find use in making molds in pottery. ਇਸ ਨੂੰ ਮਿੱਟੀ ਦੇ ਭਾਂਡਿਆਂ ਵਿੱਚ ਮੋਲਡ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। Last one, it is also used for making surfaces smooth and for making design on walls and ceilings. ਇਹ ਸਰਫੇਸ ਨੂੰ ਸਮੂਥ ਬਣਾਉਣ ਅਤੇ ਕੰਧਾਂ ਅਤੇ ਛੱਤਾਂ ਦੇ ਡਿਜ਼ਾਈਨ ਬਣਾਉਣ ਲਈ ਵੀ ਵਰਤੀ ਜਾਂਦੀ ਹੈ। That's all about this chapter. I hope you will be understand today's chapter in this lecture. Don't forget to hit the like button and share this video. Subscribe to the channel, keep hard work and make parents' name shine.